दर्शन परसै गुरु कै, जन्म मरण दुख जाए। होवै सिफत खसाम दी, नूर अरसों पुरसों झटिया। तुध डिठे सच्चे पातशाह, मल जन्म जन्म दी कटिया। सज्जन सच्चा पातशाहो, सिर साहां साहो। जिस पास बैठिया सोहिया, सबना दा वेसाहो। बाणी गुरु गुरु है बाणी, विच बाणी अमृत सारे। गुर बाणी कह सेवक जन मानै, प्रतख गुरु निस्तारे। गुर बाणी कह सेवक जन मानै, प्रतख गुरु निस्तारे। सतनाम वाहिगुरु साहिब जीओ। राम कली की बार, राय बलवंड सता तथा सतै डूम आखी। इक ओंकार सतगुर प्रसाद, नाम करता कादर करे। क्यों बोल होवै जो की बदै, दे गुना सत भैन भराव है। पारांगत दान पड़ी वदै, नाम करता कादर करे। क्या बोल होवै जो की वदे, दे गुना सत भैन भराव है। पारांगत दान पड़ी वदै। वाहिगुरु जी का खालसा, वाहिगुरु जी की फतेह। सतगुरु दे साजी नवाजी होई, गुरु की साध संगत जीओ। सतगुरु दी अपार किरपा बख्शिश दा सदका, हर रोज दी तरह गुरु के सजे हुए दरबार दियां हाजरियां भर के सतगुरु दे दर घर दे कीर्तनीए गुरमुख प्यारे, तिन्हां दी रसना तो इलाही गुरबाणी दा शब्द कीर्तन सरवण करदियां होइयां आनंदित होण दा यतन कर रहे सां। सतगुरु रहमत बख्शिश करना, जिथे कीर्तन महान है उथे सतगुरु ने कथा नूं भी सत्कार ते मान बख्शिया। कीर्तन ते कथा दा संबंध है। गुरबाणी विच हजूर ने वचन फरमाए सी, कथा कीर्तन सुखदाई, ये सुखां दे देण वाले हन। कीर्तन विच जुड़ के आनंद माणिया है और चल रही गुरु की बाण की कथा विचार है। अज खालसा जी भगत धन्ना जी, उन्हां दा जन्म दिन भी मनाया जा रहा है। ऐसे रब दे प्यारे भगत जिन्हां ने वाहिगुरु निरंकार दी बंदगी कीती, उन्हां दी रसना दे निकले हुए अमृत भरे बोल वो रब्बी बन गए ते इलाही बन गए। ऐसे गुरु के प्यारे भगत जाने, जिमींदार खेती बाड़ी का कार विहार करते सन।
ਰੋਜ਼ ਆਪਣੀਆਂ ਗਊਆਂ ਚਾਰਨ ਵਾਸਤੇ ਜਾਇਆ ਕਰਦੇ। ਰਸਤੇ 'ਚ ਇੱਕ ਪੰਡਤ ਬੈਠਾ ਹੋਇਆ ਜਿਹਦਾ ਇਤਿਹਾਸ 'ਚ ਨਾਮ ਆਉਂਦਾ ਤਰਲੋਚਨ ਹੈ। ਉਹ ਠਾਕੁਰਾਂ ਦੀ ਪੂਜਾ ਕਰਿਆ ਕਰੇ। ਪੁੱਛਿਆ ਕਿ ਕੀ ਪ੍ਰਾਪਤ ਹੁੰਦਾ, ਰੋਜ਼ ਤੁਸੀਂ ਟੱਲੀਆਂ ਖੜਕਾਉਂਦੇ ਹੋ, ਪੂਜਨ ਕਰਦੇ ਹੋ। ਕਹਿੰਦੇ ਮੈਂ ਲੰਗਰ ਤਿਆਰ ਕਰਕੇ ਭਗਵਾਨ ਨੂੰ ਭੋਗ ਲਵਾਉਣਾ ਹੈ, ਸਾਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਕਹਿਣਗੇ ਫਿਰ ਮੇਰੇ ਤੇ ਵੀ ਕਿਰਪਾ ਕਰੋ, ਇੱਕ ਠਾਕੁਰ ਮੈਨੂੰ ਵੀ ਦੇ ਦਿਓ। ਕਹਿਣਗੇ ਠੀਕ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਪੱਥਰ ਏਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਵੱਡਾ ਠਾਕੁਰ ਜਿਹੜਾ ਵੱਡਾ ਵੱਟਾ ਸੀ ਨਾ ਭਾਰਾ, ਉਹ ਭਗਤ ਧੰਨੇ ਨੂੰ ਕੱਪੜੇ 'ਚ ਵਲੇੜ ਕੇ ਦਿੱਤਾ ਵੀ ਮੈਂ ਤੈਨੂੰ ਵੱਡਾ ਠਾਕੁਰ ਦੇਣਾ ਹੈ। ਗਊ ਲਈ ਲਈ ਸੀ ਬਦਲੇ ਵਿੱਚ। ਕੋਈ ਸਮੇਂ ਬਾਅਦ ਆਖਿਆ ਨਹੀਂ ਦੁੱਧ ਦੇ ਦਿਆ ਕਰੋ, ਗਊ ਦੀ ਸੇਵਾ ਕਰਨੀ ਔਖੀ ਹੈ। ਭਗਤ ਵਿਚਾਰਾ ਸਿੱਧੇ ਸਾਧੇ ਸੁਭਾਅ ਵਾਲਾ ਹੈ। ਘਰ ਵਿੱਚ ਲਿਆਂਦਾ ਠਾਕੁਰ, ਇਸ਼ਨਾਨ ਪਾਣ ਕਰਵਾਇਆ, ਧੂਪ ਧੁਖਾਇਆ। ਜਦੋਂ ਲੰਗਰ ਤਿਆਰ ਹੋ ਗਿਆ, ਤਿਆਰ ਕਰਕੇ ਤੇ ਹੱਥ ਜੋੜ ਕੇ ਅੱਗੇ ਬੈਠ ਗਿਆ। ਲਓ ਮਹਾਰਾਜ, ਆ ਲੰਗਰ ਪ੍ਰਵਾਨ ਕਰੋ ਤੇ ਛਕੋ। ਹੁਣ ਪੱਥਰ ਵਿਚਾਰਾ ਕੀ ਛਕੇ? ਗੁਰਬਾਣੀ ਦਾ ਬਚਨ ਹੈ, ਪਾਥਰ ਨਾ ਕਿਛ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਭਈ ਸੇਵੈ। ਪਰ ਧੰਨਾ ਭਗਤ ਹੱਥ ਜੋੜ ਕੇ ਬੈਠਾ ਹੋਇਆ ਹੈ। ਦੁਪਹਿਰ ਚੜ੍ਹ ਆਈ, ਸ਼ਾਮ ਪੈ ਗਈ, ਲੰਗਰ ਅੱਗੇ ਰੱਖਿਆ ਹੋਇਆ ਤੇ ਕਹਿੰਦਾ ਵੀ ਛਕੋ। ਨਹੀਂ ਛਕਿਆ, ਰਾਤ ਬਤੀਤ ਹੋਈ, ਚੌਂਕੜਾ ਮਾਰ ਕੇ ਬੈਠਾ ਰਿਹਾ। ਨਹੀਂ ਕੋਈ ਕੰਮਕਾਰ ਕੀਤਾ ਤੇ ਨਹੀਂ ਪਸ਼ੂਆਂ ਦੀ ਸੰਭਾਲ ਕੀਤੀ, ਨਹੀਂ ਖੇਤ ਜਾ ਕੇ ਵੇਖਿਆ। ਅਗਲਾ ਦਿਨ ਚੜ੍ਹ ਪਿਆ, ਇਹੀ ਬੇਨਤੀ ਤਰਲਾ ਵੀ ਰੋਜ਼ ਤੁਸੀਂ ਤਰਲੋਚਨ ਦਾ ਲੰਗਰ ਛਕਦੇ ਹੋ, ਮੇਰੇ ਘਰ ਦਾ ਕਿਉਂ ਨਹੀਂ ਛਕਦੇ, ਕੀ ਵਜ੍ਹਾ ਹੈ? ਉਸ ਸਮੇਂ ਸਾਰਾ ਦਿਨ ਹੀ ਚੌਂਕੜਾ ਮਾਰ ਕੇ ਭਗਤ ਬੈਠਾ ਰਿਹਾ। ਨਹੀਂ ਕੋਈ ਆਵਾਜ਼ ਤੇ ਨਹੀਂ ਕੋਈ ਲੰਗਰ ਛਕਿਆ ਕਿਸੇ ਨੇ। ਰਾਤ ਵੀ ਲੰਘ ਗਈ, ਤੀਸਰਾ ਦਿਨ ਚੜ੍ਹ ਪਿਆ। ਆਖਿਆ ਅੱਜ ਤੀਜਾ ਦਿਨ ਹੋ ਗਿਆ, ਕਿਉਂ ਨਹੀਂ ਲੰਗਰ ਛਕਦੇ? ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਸ਼ਹਿਰੀ ਲੋਕਾਂ ਦੇ ਨਰਮ ਨਰਮ ਖਾਣੇ ਪਕਵਾਨ ਉਹ ਖਾਂਦੇ ਹੋ, ਅਸੀਂ ਜ਼ਿਮੀਂਦਾਰ ਲੋਕ, ਸਾਡੀ ਰੋਟੀ ਵੀ ਖੁਸ਼ਕ ਜੀ ਸੁੱਕੀ ਹੁੰਦੀ ਹੈ, ਤਾਂ ਤੁਸੀਂ ਨਹੀਂ ਖਾਂਦੇ। ਜੇ ਰੋਜ਼ ਤਰਲੋਚਨ ਤੁਹਾਨੂੰ ਛਕਾ ਸਕਦਾ, ਉਹਦਾ ਭੋਜਨ ਛਕਦੇ ਹੋ, ਤੇ ਮੈਨੂੰ 3 ਦਿਨ ਹੋ ਗਏ ਨੇ ਤੁਹਾਡੀਆਂ ਮਿੰਨਤਾਂ ਕਰਦੇ ਨੂੰ, ਮੇਰਾ ਕਿਉਂ ਨਹੀਂ ਛਕਦੇ? ਜੇ ਨਾ ਛਕਿਆ, ਉਹਨਾਂ ਚਿਰ ਮੈਂ ਵੀ ਕੋਈ ਮੂੰਹ ਨੂੰ ਅਨਜਲ ਨਹੀਂ ਲਾਉਣਾ ਹੈ। ਤੂੰ ਰੁੱਠਾ ਮੋਹ ਕਿਹੋ ਨਾ ਸੁਖਾਵੇ। ਜੇ ਮਾਲਕ ਤੂੰ ਹੀ ਰੁੱਸਿਆ ਹੋਇਆ, ਛਕਣ ਨੂੰ ਤਿਆਰ ਨਹੀਂ, ਤੇ ਮੈਂ ਕਾਹਦੇ ਲਈ ਛਕਣਾ ਹੈ? ਅਖੀਰ ਕਹਿੰਦੇ ਨੇ, ਇਤਿਹਾਸ ਇਹ ਗੱਲ ਕਹਿੰਦਾ ਵੀ ਪੱਥਰ 'ਚ ਆਵਾਜ਼ ਨਿਕਲੀ, ਧੰਨਿਆ। ਆਕਾਸ਼ਬਾਣੀ ਹੋਈ, ਆਵਾਜ਼ ਆਈ, ਧੰਨਿਆ ਕਦੇ ਪੱਥਰ ਨਹੀਂ ਖਾਂਦੇ ਹੁੰਦੇ। ਜਵਾਬ ਦਿੱਤਾ ਵੀ ਜੇ ਪੱਥਰ ਖਾਂਦੇ ਨਹੀਂ ਹੁੰਦੇ ਤੇ ਪੱਥਰ ਕਦੇ ਕਿਸੇ ਨੇ ਬੋਲਦੇ ਵੀ ਨਹੀਂ ਵੇਖੇ। ਜਿਹੜਾ ਬੋਲਣ ਵਾਲਾ ਹੈ ਨਾ, ਉਹ ਪ੍ਰਗਟ ਹੋ। ਅਖੀਰ ਖਾਲਸਾ ਜੀ ਉਹਦੀ ਸ਼ਰਧਾ ਭਾਵਨਾ ਨੂੰ ਫਲ ਲਾਉਂਦਿਆਂ ਹੋਇਆਂ ਭਗਵਾਨ ਪ੍ਰਗਟ ਹੋਏ ਤੇ ਆਖਿਆ ਲਿਆ ਤੇਰਾ ਲੰਗਰ ਛਕੀਏ। ਦਰਸ਼ਨ ਦੀਦਾਰ ਦਿੱਤੇ, ਲਓ ਮਹਾਰਾਜ ਛਕੋ। ਲੰਗਰ ਛਕਾਇਆ। ਧੰਨਿਆ ਜੀ ਦਾ ਕੋਈ ਖਾਈਏ, ਉਹਦਾ ਕੋਈ ਕਰੀ ਦਾ ਵੀ ਹੈ, ਦੱਸ ਕੀ ਕਰੀਏ? ਮਹਾਰਾਜ ਪਰਸੋਂ ਦਾ ਤਾਂ ਮੈਂ ਤੁਹਾਡੇ ਕੋਲ ਬੈਠਾ ਹੈ, ਗਾਵਾਂ ਭੁੱਖੀਆਂ ਕਿੱਲਿਆਂ ਤੇ ਬੱਝੀਆਂ ਹੋਈਆਂ ਨੇ, ਖੇਤੀ ਦਾ ਕੰਮ ਕਰਨ ਵਾਲਾ ਹੈ, ਖੂਹ ਵੀ ਜੋੜਨ ਵਾਲਾ ਹੈ, ਕਿਆਰੇ ਮੋੜਨ ਵਾਲੇ ਨੇ।
कि महाराज काम करो, धनिया काम सारे तू सानू दसी जाना, तू की करेगा? मैं महाराज तुहाडा काम करांगा, तुसी मेरा काम करो, मैं तुहाडी माला फेरांगा, सिमरन करांगा। परमेश्वर आप कामा बन के अपने प्यारियां दे काम करदा है। सतगुरु ने गुरबाणी के ख्याल दिता कि जो जन हर का सेवको हर तिसकी कामे। जेड़ा रब दा प्यार है बंदगी करने वाला वाहिगुरु उहदा कामा बन जाता है, आप काम करने वाला हो जाता है। सो इस तरीके दे नाल खालसा जी भगवान परमेश्वर ने दर्शन दिते ते धन्ने दियां गावां चारियां क्यारे मोड़ रहे ने, खूह जोड़िया होया है। बड़ी भारी चर्चा चली ते तरलोचन ब्राह्मण भी वेखण वास्ते आ गया है। धनिया मैनू पता लगे तेनों भगवान ने दर्शन दिते ने, कहते मैं तो 3 दिन भुखड़ पाना ही बैठा रहा, फिर किते कृपा कीती ने तो तू रोज दर्शन करदा रहा, दोवें वेले भोग लवाउणा है, तू भी तो करदा ही रहा। आख्या धनिया नहीं, मैनू ओहदे भगवान दे दर्शन नहीं कदे होए। कहते भोग नहीं लवाउंदा रहा, कहते काहदा भोग, लंगर पानी तैयार कर लेना ते पत्थर नूं वट्टे नूं भगवान समझ के थोड़ा जिहा उहदे नाल छुहा देना ते मिठे कार नूं प्रकीड़ियां चढ़ जाण ते सुआह फेड़ देने। कदे मैं दर्शन नहीं कीते, किरपा कर मैनू भी हुण दर्शन करवा। कहन गया ओ वेख सामने सावी गौ ते हथ रखिया होया है, अपने वाल वेख रहे ने। तरलोचन वेखदा पर नजरी कुछ नहीं पिया है। धनिया तैनू दिसदे ने, मैनू नहीं दिस रहे। कहन गया ओ वेख कई हथ जे फड़ी हुई क्यारे मोड़ रहे ने। आख्या धनिया मेरे नज़र च नहीं आ रहे। कहन गया ओ वेख बलदां नूं हिक रहे ने, खूह जोड़िया होया है। आख्या सी धनिया जिहड़ी निगाह तेरी है ना वो मेरी नहीं बन सकती, किरपा कर भगवान परमेश्वर नूं कहो कि मैनू भी दर्शन देण। उस वेले बेनती की महाराज इनू भी दर्शन दिओ। क्या सी धनिया ये पखंड ही करदा रहा है, बना के वन सुवने पकवान भोजन साडे वास्ते बहाना बना के उतर सुआह ही फेड़ दिंदा रहा। दंभियां पखंडियां नूं कदे दर्शन नहीं दिते जा सकदे। महाराज मेरी बेनती प्रवान करो, ये जरिया बनिया सी तुहाडे दर्शनां दा, किरपा कर दिओ ते मेरी बेनती प्रवान करके दर्शन दे दिओ। तरलोचन नूं दर्शन दीदार परमेश्वर दे करवाए। क्या सी धनिया किते माण ना कर लवें कि 2 दिन भुखा बैठा रहे हैं, भगवान प्रगट हो गए ने। ना मैं पत्थर दे वट्टे विच हाँ, ना मैं इस तरह किसी नूं मिलदा है। तेरी पिछले जन्मां दी भगती है ते 1100 जन्म की तेरी भगती है। 1100 जन्म दे उस भगती नूं फल लाउण वास्ते तेन दर्शन देण वास्ते हाजिर होए हैं। जे कहें तो विखाइए, महाराज विखाओ। किते खूह च पैरां नूं संगल पा के पुट्ठा लड़क रहा, किते पानी च खलोता है, किते किते तपस्या करदा नजरी पवाया। हथ जुड़े मालिक बड़ी किरपा की इस बहाने नाल, होनी किरपा करके दर्शन दीदार बख्शे ने। ये भी क्या सी धनिया जिन्ने भगतां नूं असीं मिले उन्होंने साडियां आरतियां उतारियां ने। कबीर साहब जी, रविदास जी, सैन भगत जी, उन्होंने साडी आरती कीती। जेड़ी जेड़ी वस्तु की उन्होंने भगतां नूं लोड़ महसूस की उन्होंने मंगे। कबीर साहब ने कहा सी 2 सेर मांगो चूना, पाओ घिओ संग लूना, 10 सेर मांगो दाले, मोको दोनों वक्त जवाले, खाट मंगो चौपाई, सिरहाना अमृत लाई।
ਤੁਸੀਂ ਦੱਸੋ ਤੂੰ ਸਾਡੀ ਕੋਈ ਆਰਤੀ ਉਤਾਰ ਹੈ, ਨਾਲੇ ਦੱਸ ਵੀ ਤੇਰੀ ਮੰਗ ਕੀ ਹੈ। ਕਿਆ ਮਹਾਰਾਜ ਅਸੀਂ ਸਿੱਧੇ ਸਾਧੇ ਜਿਹੇ ਲੋਕ ਜ਼ਿਮੀਂਦਾਰੇ ਦਾ ਕੰਮ ਕਰਨ ਵਾਲੇ, ਸਾਨੂੰ ਆਰਤੀ ਨਹੀਂ ਕਰਨੀ ਆਉਂਦੀ, ਸਾਡਾ ਤਾਂ ਆਰਤਾ ਹੀ ਹੁੰਦਾ ਹੈ। ਉਸ ਨੇ ਕਿਹਾ ਚੰਗਾ ਤੂੰ ਸਾਡਾ ਆਰਤਾ ਉਤਾਰ ਹੈ। ਫਿਰ ਉਹ ਆਰਤਾ ਉਤਾਰਦਿਆਂ ਹੋਇਆਂ ਮੰਗ ਹੁੰਦੀ ਹੈ, ਕਹਿਣ ਕਿ ਮਹਾਰਾਜ ਮੇਰੀ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਵੀ ਅੱਧਾ ਕਿਲੋ ਘਿਓ ਦੇ ਦਿਓ, ਪਾਈਆ ਫਲਾਣੀ ਵਸਤੂ ਦੇ ਦਿਓ, 2 ਕਿਲੋ ਆਟਾ ਦੇ ਦਿਓ। ਜ਼ਿਮੀਂਦਾਰ ਕਿਸੇ ਵੇਲੇ ਹਨੇਰੇ ਸਵੇਰੇ 4 ਪ੍ਰਾਹੁਣੇ ਆ ਜਾਣ ਤੇ ਘਰ 'ਚ ਰਸਤ ਨਾ ਹੋਵੇ, ਮੈਂ ਫਿਰ ਤੁਹਾਡੇ ਕੋਲੋਂ ਵਾਰ-ਵਾਰ ਮੰਗਾਂ, ਇਹ ਗੱਲ ਨਹੀਂ। ਜਿੰਨਾ ਮਰਜ਼ੀ ਹੋਵੇਗੀ ਨਾ ਉਹਨਾਂ ਮੰਗਾਂਗਾ। ਤੇ ਉਹਨਾਂ ਨੇ ਆਰਤਾ ਉਤਾਰਿਆ। ਧਨਾਸਰੀ ਰਾਗ ਦਾ ਸਮਾਪਤੀ ਦਾ ਸ਼ਬਦ ਹੈ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸੁਵਾਰਤਾ। ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜਿਓ। ਜਿੰਨਾ ਮੇਰੀ ਖੁਸ਼ੀ ਹੋਵੇਗੀ ਨਾ ਉਹਨਾਂ ਸਮਾਨ ਲੈਣਾ, ਤੋਲ ਕੇ ਨਹੀਂ ਲੈਣਾ। ਪਨੀਆਂ ਛਾਦਨ ਨੀਕਾ ਅਨਾਜ ਮੰਗਾਉ ਸਤ ਸੀਕੈ। ਗਊ ਭੈਸ ਮੰਗਾਉ ਲਾਵੇਰੀ ਇਕ ਤਾਜਨ ਤੁਰੀ ਚੰਗੇਰੇ। ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੇ। ਇਹ ਪਰਮੇਸ਼ਰ ਦਾ ਅਰਥ ਉਤਾਰਿਆ ਸੀ। ਆਸਾ ਰਾਗ ਦੇ ਅੰਦਰ ਵੀ 3 ਸ਼ਬਦ ਉਹਨਾਂ ਦੇ ਆਉਂਦੇ ਨੇ, ਭ੍ਰਮਤ ਫਿਰਤ ਬਹੁਤ ਜਨਮ ਬਿਲਾਨੇ ਤਨ ਮਨ ਤਨ ਨਹੀਂ ਧੀਰੇ। ਦੂਸਰਾ ਸ਼ਬਦ ਉਹਨਾਂ ਦਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣੈ। ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣੈ। ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰੈ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰੈ। ਰਵਿਦਾਸ ਟੁਵੰਤਾ ਟੋਹਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁੱਤਕਾਰਿਆ ਉਹ ਕਰ ਕਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਬਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵੱਡ ਭਾਗੈ। ਬਤੰਡਾਵਾਦੀ ਕੋਈ ਲੋਕ ਐਸੇ ਆ ਗਏ ਸਨ। ਇੱਕ ਸ਼ਬਦ ਫਿਰ ਉਹਨਾਂ ਦੇ ਪ੍ਰਸਾਏ ਵੀ ਫਰਮਾਇਆ, ਰੇਚਿਤ ਚੇਤ ਸਕੀ ਨਾ ਦਇਆਲ ਦਮੋਦਰ। ਵਿਵਹਿ ਨ ਜਾਣ ਸਕੋਈ ਜੇ ਧਾਵ ਹੈ ਬ੍ਰਹਮੰਡ ਖੰਡ ਕੋ। ਕਰਤਾ ਕਰੇ ਸੋ ਹੋਏ। ਜਨਨੀ ਕੇਰੇ ਉਦਰ ਉਦਕ ਮਹਿ ਪੇਂਟ ਕੀਆ ਦਾਸ ਦੁਆਰ। ਦੇ ਆਹਾਰ ਅਗਨ ਮਹਿ ਰਾਖੈ ਐਸਾ ਖਸਮ ਹਮਾਰਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ। ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ। ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੇ। ऐसे गुरु के प्यारे भगत जन संसार दे अंदर वाहिगुरु की भगती दे प्रैण हो के परमेश्वर दे जदों गुण गाए और वाहिगुरु परमेश्वर ने कृपा की। धन गुरु अर्जन देव जी महाराज ने ऐसे प्यारे भगतां दे कहे हुए पवित्र बोल बचन धुर की बाणी चमकत कीते हैं। ऐसे गुरु के प्यारे भगत धन्ना जी जिन्हां दा जन्म दिन अज मनाया जा रहा है। हुक्म होया सी सत्ते बलवंडे दी वार कथा वास्ते। धन गुरु अर्जन देव जी महाराज जिन्हां सतगुरां दा आउण वाले दिनां च आपां अवतार पुरब मनाउणा है। 1620 विसाखवादी 7 श्री गोइंदवाल दी पवित्र धरती जिथे सतगुरु अर्जन साहब जी ने अवतार धारिया है। गुरता गद्दी के मालक बने चोजी प्रीतम है। अमृतसर साहब तीर्थ अस्थान सतगुरु जी ने कृपा करके रचिया है। 1600
ਇਸੇ ਤਰ੍ਹਾਂ 43 ਵਿੱਚ ਪਹਿਲਾ ਸਰੋਵਰ ਦਾ ਟੱਕ ਲਾਇਆ ਸੀ ਅੰਮ੍ਰਿਤਸਰ ਸਾਹਿਬ, ਜਿਹਨੂੰ ਸੰਤੋਖਸਰ ਸਾਹਿਬ ਦਾ ਸਰੋਵਰ ਆਪਾਂ ਕਹਿੰਦੇ ਹਾਂ। ਪਹਿਲਾ ਟੱਕ ਸਰੋਵਰ ਦਾ ਲਾ ਕੇ ਸੇਵਾ ਆਰੰਭ ਕਰਵਾਏ। ਮਾਘ ਦੀ ਸੰਗਰਾਂਦ 1645 ਨੂੰ ਬਿਕਰਮੀ ਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਦਾ ਟੱਕ ਲਾਇਆ। ਕੱਚਾ ਤਾਲ ਸੀ, ਹਜੂਰ ਸੱਚੇ ਪਾਤਸ਼ਾਹ ਜੀ ਨੇ ਉਹਦੀ ਖੁਦਾਈ ਕਰਵਾਈ। 17 ਫੁੱਟ ਉਹਦੀ ਡੂੰਘਾਈ ਸਰੋਵਰ ਦੀ, 500 ਫੁੱਟ ਲੰਬਾਈ ਤੇ 490 ਫੁੱਟ ਦੀ ਚੌੜਾਈ। ਗਰੀਬ ਨਵਾਜ ਨੇ ਉਹ ਕਿਰਪਾ ਕਰਕੇ ਸਰੋਵਰ ਦੀ ਖੁਦਾਈ ਕਰਵਾਏ। 240 ਫੁੱਟ ਲੰਬਾ ਪੁਲ ਬੰਨਿਆ, 21 ਫੁੱਟ ਉਹਦੀ ਚੌੜਾਈ ਰੱਖੀ ਹੈ। 66 ਬਾਈ 66 ਫੁੱਟ ਦਾ ਥੜਾ ਤਿਆਰ ਕੀਤਾ। 13 ਫੁੱਟ ਦੀ ਛੋਟੀ ਪ੍ਰਕਰਮਾ ਵਿੱਚ ਰੱਖ ਕੇ ਐਨ ਮੱਧ ਭਾਗ ਵਿੱਚ ਹਰ ਜਪੇ ਹਰ ਮੰਦਰ ਸਾਜਿਆ। ਸੰਤ ਭਗਤ ਗੁਣ ਗਾਵਹਿ ਰਾਮ ਹੈ। ਜਿਸ ਵਰਗਾ ਦੁਨੀਆ 'ਚ ਹੋਰ ਕੋਈ ਤੀਰਥ ਨਹੀਂ। ਕੋਈ ਇੱਕ ਅੱਧਾ ਹੋਰ ਹੁੰਦਾ ਨਾ। ਧੰਨ ਗੁਰੂ ਅਰਜਨ ਸਾਹਿਬ ਜੀ ਕਦੇ ਸ਼ਬਦ ਨਾ ਵਰਤਦੇ ਵੀ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਹੈ। ਉਸ ਪਾਵਨ ਤੀਰਥ ਸਥਾਨ ਵਰਗਾ ਕੋਈ ਤੀਰਥ ਸਥਾਨ ਨਹੀਂ। 11 ਸਾਲ ਮੈਨੂੰ ਵੀ ਗੁਰੂ ਰਾਮਦਾਸ ਨੇ ਸੇਵਾ ਦਾ ਸੁਭਾਗ ਬਖਸ਼ਿਆ। ਦਾਤੇ ਦੀ ਰੱਜ ਰੱਜ ਕੇ ਸੇਵਾ ਕੀਤੀ। ਸਤਿਗੁਰੂ ਨੇ ਰਹਿਮਤਾਂ ਬਖਸ਼ਾਂ ਵਰਤਾਈਆਂ। ਐਸਾ ਪਾਵਨ ਪਵਿੱਤਰ ਅਸਥਾਨ ਹੈ। 23 ਫੁੱਟ ਦੀ ਪਹਿਲੋਂ ਨਿੱਕੀ ਇੱਟ ਦੀ ਪ੍ਰਕਰਮਾ ਹੁੰਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 21 ਫੁੱਟ ਹੋਰ ਚੌੜਾ ਪ੍ਰਕਰਮਾ ਕਰਵਾਈਆਂ। 12 ਫੁੱਟ ਦਾ ਬਰਾਂਡਾ ਚੁਫੇਰੇ, 56 ਫੁੱਟ ਦੀ ਹੁਣ ਸਾਰੀ ਚੌੜਾਈ ਹੈ। ਬਰਾਂਡੇ ਤੋਂ ਲੈ ਕੇ ਸਰੋਵਰ ਤੱਕ ਪ੍ਰਕਰਮਾ ਦੇ। ਦੁਨੀਆ ਦੇ ਜਿੰਨੇ ਤੀਰਥ ਨੇ ਨਾ 2-4 ਪੌੜੀਆਂ ਤਾਂ ਜਾਣਾ ਪੈਂਦਾ ਹੈ। ਇੱਕ ਹਰਿਮੰਦਰ ਸਾਹਿਬ ਐਸਾ ਪਵਿੱਤਰ ਸਥਾਨ ਹੈ। ਘੰਟੇ ਘਰ ਵਾਲੇ ਬੰਨੇ ਜਦੋਂ ਆਪਾਂ ਉਤਰਦੇ ਆ, ਸਾਈਡਾਂ ਦੇ 14 ਪੌਡੇ ਨੇ, ਵਿਚਾਲੇ 18 ਪੌਡੇ ਨੇ। ਪਰ ਇਹ ਭੂਰੀ ਵਾਲੇ ਸੰਤਾਂ ਨੇ ਜਿਹੜੀ ਪਰਲੇ ਬੰਨੇ ਦੀ ਡਿਓੜੀ ਬਣਾਈ, ਆਟਾ ਮੰਡੀ ਡਿਓੜੀ, ਉਹਦੇ 17 ਪੌਡੇ ਨੇ, ਸਾਈਡਾਂ ਦੇ 14 ਪੌਡੇ ਨੇ। ਥੱਲੇ ਉਤਰ ਕੇ ਜਾਈਦਾ ਤੇ ਸਿੱਖਾਂ ਨਿਮਰਤਾ ਵਿੱਚੋਂ ਹੀ ਸਭ ਕੁਝ ਮਿਲੇਗਾ। ਜੇ ਹਰੀ ਨੂੰ ਮਿਲਣਾ ਨਾ, ਹਰੀ ਦੇ ਮੰਦਰ ਵਿੱਚ ਜਾਣਾ ਤੇ ਫਿਰ ਨੀਵਾ ਹੋ। ਗੁਰਮਤਿ ਹਿਰਦੈ ਗਰੀਬੀ ਆਵੇ ਵਾਲਾ ਸੁਭਾਅ ਬਣਾ। ਉਸ ਪਾਵਨ ਪਵਿੱਤਰ ਅਸਥਾਨ ਤੇ ਸਤਿਗੁਰੂ ਗਰੀਬ ਨਵਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਸਾਰੇ। ਕੀਰਤਨ ਦੀ ਮਾਣ ਮਰਿਆਦਾ ਸਤਿਗੁਰੂ ਗਰੀਬ ਨਵਾਜ ਸੇ ਕੀਰਤਨ ਕਰਿਆ ਕਰਦੇ। ਭਾਈ ਸੱਤਾ ਇਹ ਸਤਿਗੁਰੂ ਗਰੀਬ ਨਵਾਜ ਦੀ ਵਡਿਆਈ ਸੁਣ ਕੇ ਪੂਰਬ ਦੇਸ਼ ਦੇ ਰਹਿਣ ਵਾਲੇ ਸੀ। ਸੱਤਾ ਤੇ ਬਲਵੰਡ ਹੈ। ਪੂਰਬ ਦੇਸ਼ ਦੇ ਰਹਿਣ ਵਾਲੇ ਸੀ। ਕੀਰਤਨ ਦੇ ਬੜੇ ਵਿਦਵਾਨ ਸਨ, ਪਰ ਕਿਤੇ ਵੀ ਰੁਜ਼ਗਾਰ ਨਹੀਂ ਮਿਲ ਸਕਿਆ। ਰੁਜ਼ਗਾਰ ਦੀ ਪਹਾਲ ਵਿੱਚ ਅੰਮ੍ਰਿਤਸਰ ਸਾਹਿਬ ਆ ਗਿਆ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਆਇਆ, ਮਹਾਰਾਜ ਕਿਰਪਾ ਕਰੋ ਮੈਨੂੰ ਇੱਥੇ ਸੇਵਾ 'ਚ ਲਾ ਲਓ। ਸਤਿਗੁਰੂ ਕਹਿੰਦੇ ਕੀਰਤਨ ਕਰ ਲੈਣਾ? ਹਾਂ ਮਹਾਰਾਜ ਕਰ ਲੈਣਾ। ਸਤਿਗੁਰੂ ਕਹਿੰਦੇ ਕੀਰਤਨ ਕਰਿਆ ਕਰ। ਕੀਰਤਨ ਕਰਿਆ ਕਰੇ, ਬੜਾ ਭਾਰੀ ਆਨੰਦ ਬਣਿਆ ਕਰੇ। ਸਤਿਗੁਰੂ ਸੰਗਤਾਂ ਜੁੜ ਕੇ ਸੁਣਿਆ ਕਰਨਾ। ਇਹਦਾ ਭਰਾ ਸੀ ਬਲਵੰਡ, ਉਹ ਵੀ ਸਹਿਜੇ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਕੋਲ ਆ ਗਿਆ। ਸਤਿਗੁਰੂ ਨੇ ਉਹਨੂੰ ਵੀ ਰੱਖ ਲਿਆ। ਦੋਵੇਂ ਭਰਾ ਹੀ ਜੋਟੀਆਂ 'ਚ ਦੋਵੇਂ ਰਲ ਕੇ ਕੀਰਤਨ ਦੀ ਸੇਵਾ ਕਰਿਆ ਕਰਦੇ। ਔਰ ਸੰਗਤਾਂ ਬੜਾ ਸਤਿਕਾਰ ਪਿਆਰ ਕਰਿਆ ਕਰਨਾ। ਜਿੱਥੇ ਭਾਈ ਸਾਲੋ ਜੀ ਦੀ ਧਰਮਸ਼ਾਲਾ ਬਣੀ ਹੋਈ ਹੈ ਅੰਮ੍ਰਿਤਸਰ ਸਾਹਿਬ, ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਕਈਆਂ ਨੇ। ਉਹਦੇ ਨੇੜੇ ਹੀ ਖਾਲਸਾ ਜੀ ਇਹਨਾਂ ਦਾ ਘਰ ਸੰਗਤਾਂ ਨੇ ਬਣਾ ਕੇ ਦਿੱਤਾ ਹੈ ਕਿ ਇਹ ਗੁਰੂ ਘਰ ਦੇ ਕੀਰਤਨੀਏ ਨੇ। ਲਾਗੇ ਖੂਹੀ ਸੀ, ਪਾਣੀ ਦਾ ਵਰਤੋਂ ਦਾ ਸੁਖਾਲਾ ਸਾਧਨ ਸੀ। ਉੱਥੇ ਇਹਨਾਂ ਦਾ ਘਰ ਸੀ। ਸਮਾਂ ਚੱਲਦਾ ਰਿਹਾ ਤੇ ਕੀਰਤਨ ਦੀ ਸੇਵਾ ਕਰਦੇ ਰਹੇ। ਇਹਨਾਂ ਦੀ ਛੋਟੀ ਭੈਣ ਸੀ ਜਿਹੜੀ ਪੁੱਤਰਾਂ ਤਰ੍ਹਾਂ ਇਹਨਾਂ ਬੱਚੀਆਂ ਤਰ੍ਹਾਂ ਪਾਲੀ ਸੀ। ਉਹਦਾ ਵਿਆਹ ਕਰਨਾ ਨੀਅਤ ਕਰ ਦਿੱਤਾ ਹੈ। ਸਤਿਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਬਾਕੀ ਤਾਂ ਗੁਜ਼ਾਰਾ ਤੁਸੀਂ ਚਲਾਈ ਜਾਂਦੇ ਹੋ, ਪਰ ਸਾਡੀ ਭੈਣ ਹੈ ਛੋਟੀ ਜਿਹੜੀ ਅਸੀਂ ਬੱਚੀਆਂ ਤਰ੍ਹਾਂ ਪਾਲੀ ਹੈ,
ਉਹਦਾ ਵਿਆਹ ਕਰਨਾ ਹੈ ਤੇ ਉਹਦੇ ਵਾਸਤੇ ਸਾਨੂੰ ਮਾਇਆ ਚਾਹੀਦੀ ਹੈ। ਸਤਿਗੁਰੂ ਕਹਿਣਗੇ ਭਾਈ ਗੁਰੂ ਘਰ ਦੇ ਕੀਰਤਨੀਏ ਹੋ, ਜਿੰਨੀ ਮਾਇਆ ਚਾਹੀਦੀ ਹੈ ਲੋੜ ਹੈ ਦੱਸ ਦਿਓ, ਖਜ਼ਾਨਚੀ ਨੂੰ ਕਹਿ ਕੇ ਤੁਹਾਨੂੰ ਦਵਾ ਦਿਆਂਗੇ। ਕਹਿੰਦੇ ਮਹਾਰਾਜ ਜੀ ਇਉਂ ਨਹੀਂ ਅਸੀਂ ਲੈਂਦੇ। ਸਤਿਗੁਰੂ ਕਹਿਣਗੇ ਕਿਵੇਂ ਲਾਓਗੇ? ਕਹਿੰਦੇ ਵਿਸਾਖੀ ਦਾ ਪੁਰਬ ਆ ਰਿਹਾ ਤੇ ਹਰਿਮੰਦਰ ਸਾਹਿਬ ਦੇ ਅੰਦਰ ਜਿੰਨਾ ਚੜਾਵਾ ਸਾਰੇ ਦਿਨ ਦਾ ਚੜੇ ਉਹ ਚੜਾਵਾ ਸਾਨੂੰ ਦੇ ਦਿੱਤਾ ਜਾਵੇ। ਸਤਿਗੁਰੂ ਕਹਿਣਗੇ ਬਾਣ ਨਾ ਬੰਨੋ, ਕਦੇ ਸੰਗਤ ਜ਼ਿਆਦੀ ਆਉਂਦੀ ਹੈ ਕਦੇ ਥੋੜੀ ਆਉਂਦੀ ਹੈ, ਤੁਹਾਨੂੰ ਜਿੰਨਾ ਪੈਸਾ ਚਾਹੀਦਾ ਹੈ ਵਿਆਹ ਵਾਸਤੇ ਅਸੀਂ ਦੇ ਦਿੰਦੇ ਹਾਂ, ਇਸ ਬਾਣ ਦੀ ਕੋਈ ਜ਼ਰੂਰਤ ਨਹੀਂ ਵੀ ਚੜਾਵਾ ਹੀ ਸਾਨੂੰ ਦਿਓ। ਇਹ ਕਹਿ ਕੇ ਮਹਾਰਾਜ ਜੀ ਉਹ ਨਹੀਂ ਅਸੀਂ ਲੈਣਾ ਹੈ, ਸਾਨੂੰ ਤਾਂ ਵਿਸਾਖੀ ਵਾਲੇ ਦਿਨ ਦਾ ਨਾ ਚੜਾਵਾ ਚਾਹੀਦਾ ਸਾਰੇ ਦਿਨ ਦਾ। ਸਤਿਗੁਰੂ ਕਹਿਣਗੇ ਚੰਗਾ ਤੁਹਾਡੀ ਮਰਜ਼ੀ। ਵਿਸਾਖੀ ਵਾਲਾ ਦਿਨ ਸੰਗਰਾਮ ਦਾ ਆਇਆ, ਇਹ ਸਾਰਾ ਦਿਨ ਕੀਰਤਨ ਹੁੰਦੇ ਰਹੇ, ਇਹ ਕਰਦੇ ਰਹੇ। ਕੁਦਰਤੀ ਤੌਰ ਬੱਦਲ ਪੈਣ ਲੱਗ ਪਿਆ, ਮੀਂਹ ਤੇ ਸੰਗਤ ਬੜੀ ਘੱਟ ਆਈ। ਜਦੋਂ ਸ਼ਾਮ ਪਈ ਨਾ ਸਮਾਪਤੀ ਹੋਈ ਦੀਵਾਨ ਦੀ, ਸਿੱਖਾਂ ਨੇ ਪੈਸੇ ਗਿਣ ਕੇ ਸਤਿਗੁਰਾਂ ਨੂੰ ਫੜਾਏ ਤੇ ਸਤਿਗੁਰਾਂ ਨੇ ਫੜ ਕੇ ਕਹਿਣਗੇ ਲਓ ਭਾਈ ਜੇ ਭੇਟਾ ਚਾਹੁੰਦੇ ਹੋ, ਚੜਾਵਾ ਚਾਹੁੰਦੇ ਹੋ ਇੱਕ ਦਿਨ ਦਾ ਤੇ ਆਹ ਲੈ ਲਓ। ਉਹ ਸੀ 100 ਰੁਪਈਆ ਉਸ ਸਮੇਂ ਦਾ, ਉੱਥੇ ਹੀ ਸਿੱਟ ਕੇ ਘਰ ਨੂੰ ਭੱਜ ਗਏ। ਅਗਲਾ ਦਿਨ ਹੋਇਆ ਕੀਰਤਨ ਕਰਨ ਵਾਸਤੇ ਨਹੀਂ ਆਏ, ਸੰਗਤ ਉਡੀਕ ਰਹੀ ਹੈ, ਸਤਿਗੁਰੂ ਉਡੀਕ ਰਹੇ ਨੇ, ਇਹ ਕੀਰਤਨ ਸੁਣਾਉਣ ਵਾਸਤੇ ਨਹੀਂ ਆਏ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਨੂੰ ਭੇਜਿਆ ਔਰ ਗਰੀਬ ਨਵਾਜ ਨੇ ਆਗਿਆ ਕੀਤੀ ਜਾਓ ਬੁਲਾ ਕੇ ਲਿਆਓ। ਜਵਾਬ ਦਿੱਤਾ ਕਿ ਬੜਾ ਕੀਰਤਨ ਕੀਤਾ, ਥੋੜਾ ਕੀਰਤਨ ਕੀਤਾ, ਕੀ ਮਿਲਿਆ ਕੀਰਤਨ ਕਰਕੇ? ਅਸੀਂ ਨਹੀਂ ਕੀਰਤਨ ਕਰਨ ਆਉਣਾ। ਬਾਬਾ ਬੁੱਢਾ ਸਾਹਿਬ ਜੀ ਆਪ ਚੱਲ ਕੇ ਗਏ ਕੀਰਤਨ ਵਾਸਤੇ, ਇਹੀ ਜਵਾਬ ਦਿੱਤਾ ਕਿ ਅਸੀਂ ਅੱਗੇ ਬੜਾ ਕੀਰਤਨ ਕੀਤਾ ਹੁਣ ਨਹੀਂ ਆਵਾਂਗੇ। ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਵਾਬ ਮਿਲਿਆ, ਕੀਰਤਨ ਦੇ ਰਸੀਏ ਧੰਨ ਗੁਰੂ ਅਰਜਨ ਦੇਵ ਜੀ ਆਪ ਚੱਲ ਪਏ, ਆਪ ਪਹੁੰਚੇ ਘਰ ਵਿੱਚ। ਏਡੇ ਖਾਲਸਾ ਜੀ ਹੰਕਾਰੇ ਹੋਏ, ਨਹੀਂ ਸਤਿਗੁਰਾਂ ਨੇ ਜੀਓ ਆਇਆ ਕਿਹਾ, ਨਹੀਂ ਮੰਜੇ ਤੋਂ ਉੱਠ ਕੇ ਸਤਿਕਾਰ ਮਾਣ ਕੀਤਾ। ਇਹਨਾਂ ਦੇ ਦਰਵਾਜ਼ੇ ਦੇ ਨਾਲ ਹੀ ਪਸ਼ੂ ਰੱਖਣ ਵਾਸਤੇ ਖੁਰਲੀ ਸੀ, ਪਸ਼ੂਆਂ ਨੂੰ ਪੱਠੇ ਪਾਉਣ ਵਾਲੀ। ਖੁਰਲੀ ਦੇ ਕੋਲ ਖਲੋਤੇ ਸਤਿਗੁਰੂ ਕਹਿ ਰਹੇ ਸਨ ਵੀ ਆਓ ਭਾਈ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਤੇ ਚੱਲ ਕੇ ਕੀਰਤਨ ਸੁਣਾਓ। ਜਵਾਬ ਦਿੱਤਾ ਵੀ ਬੜਾ ਕੀਰਤਨ ਅੱਗੇ ਕਰ ਲਿਆ, ਅੱਗੇ ਸਾਨੂੰ ਕੀਰਤਨ ਦਾ ਕੀ ਮਿਲ ਗਿਆ, ਹੁਣ ਅਸੀਂ ਕੀਰਤਨ ਨਹੀਂ ਕਰਨ ਵਾਸਤੇ ਆਵਾਂਗੇ। ਅਸੀਂ ਕੀਰਤਨ ਕਰਦੇ ਹਾਂ ਤੇ ਸੰਗਤ ਜੁੜਦੀ ਹੈ, ਤੁਹਾਨੂੰ ਗੁਰੂ ਗੁਰੂ ਕਹਿੰਦੀ ਹੈ। ਜੇ ਅਸੀਂ ਕੀਰਤਨ ਨਾ ਕਰਨ ਆਈਏ, ਤੁਹਾਡੀ ਕੋਈ ਪੂਜਾ ਨਾ ਕਰੇ ਤਾਂ ਤੁਹਾਨੂੰ ਗੁਰੂ ਕੌਣ ਜਾਣ ਕੇ ਪੂਜੇ? ਅਸੀਂ ਹੋਰ ਕਿਸੇ ਕੋਲ ਕੀਰਤਨ ਕਰ ਲਵਾਂਗੇ ਤੇ ਉਹਨੂੰ ਗੁਰੂ ਬਣਾ ਲਵਾਂਗੇ। ਸਾਡੇ ਕੀਰਤਨ ਦੇ ਕਾਰਨ ਕਰਕੇ ਤਾਂ ਸਾਰੇ ਲੋਕ ਜੁੜਦੇ ਨੇ ਤੇ ਤੁਹਾਨੂੰ ਗੁਰੂ ਜਾਣ ਕੇ ਪੂਜਦੇ ਨੇ। ਸਤਿਗੁਰੂ ਆਪਣੀ ਨਿੰਦਿਆ ਸੁਣਦੇ ਰਹੇ, ਕੋਈ ਕੌੜਾ ਵਾਕ ਨਹੀਂ ਬੋਲਿਆ। ਕਰਦਿਆਂ ਕਰਦਿਆਂ ਇੱਥੋਂ ਤੱਕ ਵੱਧ ਗਏ, ਤੁਹਾਡੇ ਵਡੇਰੇ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਨਾਲ ਸਾਡਾ ਭਾਈ ਮਰਦਾਨਾ ਕੀਰਤਨ ਕਰਦਾ ਰਿਹਾ, ਤਾਂ ਗੁਰੂ ਨਾਨਕ ਸਾਹਿਬ ਦੀ ਸਾਰੇ ਜਗਤ ਵਿੱਚ ਪੂਜਾ ਹੋਈ। ਜੇ ਸਾਡਾ ਭਾਈਚਾਰਾ ਕੀਰਤਨ ਨਾ ਕਰਦਾ ਮਰਦਾਨਾ, ਗੁਰੂ ਨਾਨਕ ਨੂੰ ਕਿਹਨੇ ਜਾਣਨਾ ਸੀ? ਗੁਰੂ ਨਾਨਕ ਦੀ ਪੂਜਾ ਇਸ ਕਰਕੇ ਸੰਸਾਰ ਵਿੱਚ ਹੈ ਕਿ ਭਾਈ ਮਰਦਾਨਾ ਕੀਰਤਨ ਕਰਦਾ ਰਿਹਾ। ਔਰ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਦੇ ਦਰਬਾਰ 'ਚ ਭਾਈ ਦਾਲਾ ਜੀ, ਭਾਈ ਦਾਨਾ ਜੀ ਵਰਗੇ ਕੀਰਤਨ ਕਰਦੇ ਰਹੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ। ਹੁਣ ਅਸੀਂ ਕੀਰਤਨ ਕਰਦੇ ਹਾਂ ਤੇ ਸੰਗਤ ਜੁੜਦੀ ਹੈ, ਹੁਣ ਅਸੀਂ ਕੀਰਤਨ ਨਹੀਂ ਕਰਾਂਗੇ। ਸਤਿਗੁਰੂ ਆਪਣੀ ਨਿੰਦਿਆ ਸੁਣਦੇ ਤੇ ਚੁੱਪ ਰਹੇ। ਜਦੋਂ ਵੱਡੇ ਗੁਰੂ ਸਾਹਿਬਾਂ ਨੇ ਨਿੰਦਿਆ ਕੀਤੀ ਨਹੀਂ ਬਰਦਾਸ਼ਤ ਹੋਏ, ਆਖਿਆ ਜਿਸ ਮੂੰਹ ਨਾਲ ਜਿਸ ਜ਼ੁਬਾਨ ਦੇ ਨਾਲ ਗੁਰੂ ਨਾਨਕ ਦੀ ਵੱਡੇ ਸਤਿਗੁਰੂ ਨੇ ਨਿੰਦਿਆ ਕਰਦੇ ਹੋ, ਇਹ ਜ਼ੁਬਾਨ ਬੋਲਣੋਂ ਬੰਦ ਹੋ ਜਾਵੇਗੀ, ਸੰਘੇ ਪੱਕ ਜਾਣਗੇ, ਕੋੜ ਹੋ ਜਾਵੇਗਾ। ਜਿਹੜਾ ਤੁਹਾਨੂੰ ਬਖਸ਼ਾਉਣ ਵਾਸਤੇ ਵੀ ਸਿੱਖ ਆਇਆ ਨਾ,
ਖੋਤੇ ਤੇ ਚੜਾ ਕੇ ਮੂੰਹ ਕਾਲਾ ਕਰਕੇ ਬਾਜ਼ਾਰ ਵਿੱਚ ਘੁਮਾਵਾਂਗੇ। ਕੋਈ ਇਹਨਾਂ ਨੂੰ ਮੂੰਹ ਨਾ ਲਾਵੇ, ਗੁਰੂ ਘਰ ਦੇ ਨਿੰਦਕ ਬਣ ਚੁੱਕੇ ਹਨ। ਸਤਿਗੁਰੂ ਵਾਪਸ ਮੁੜ ਕੇ ਆ ਗਏ। ਦੁੱਖ ਭੰਜਨ ਬੇਰ ਸਾਹਿਬ ਦੇ ਥੱਲੇ ਦੀਵਾਨ ਸਜਿਆ ਹੋਇਆ ਸੀ। ਸਤਿਗੁਰੂ ਕਹਿਣਗੇ ਭਾਈ ਗੁਰਦਾਸ, ਭਾਈ ਬੁੱਢਾ ਸਾਹਿਬ ਜੀ ਲਿਆਓ ਸਾਡਾ ਸਰੰਦਾ ਹੈ। ਆਪ ਸਰੰਦੇ ਨਾਲ ਕੀਰਤਨ ਕੀਤਾ ਮਾਲਕ ਸਤਿਗੁਰੂ ਜੀ ਨੇ, ਆਪ ਸਰੰਦੇ ਨਾਲ ਕੀਰਤਨ ਕੀਤਾ। ਰਾਗੀ ਜਥੇ ਤੁਹਾਡੇ ਕੋਲ ਬੜੇ ਬੜੇ ਆਉਂਦੇ ਨੇ, ਉਹਨਾਂ ਨੂੰ ਕਦੇ ਪੁੱਛੋ ਤੇ ਜ਼ਰੂਰ ਦੱਸਣਗੇ। ਸਰੰਦੇ ਦਾ ਸਾਜ਼ ਪਹਿਲੋਂ ਨਹੀਂ ਸੀ ਹੁੰਦਾ। ਆਮ ਇਹ ਧਾਰਨਾ ਕਿ ਬੈਕੁੰਠ ਧਾਮ ਤੋਂ ਗੁਰੂ ਅਰਜਨ ਸਾਹਿਬ ਨੇ ਸਰੰਦਾ ਲਿਆਂਦਾ ਹੈ। ਸਰੰਦੇ ਦਾ ਸਾਜ਼ ਗੁਰੂ ਅਰਜਨ ਸਾਹਿਬ ਨੇ ਸਥਾਪਿਤ ਕੀਤਾ, ਪਹਿਲੋਂ ਨਹੀਂ ਸੀ ਹੁੰਦਾ। ਆਪ ਸਰੰਦੇ ਨਾਲ ਕੀਰਤਨ ਕਰਦੇ ਸਤਿਗੁਰੂ ਜੀ। ਉਸ ਦਿਨ ਵੀ ਜਦੋਂ ਕੀਰਤਨ ਕੀਤਾ ਸਤਿਗੁਰਾਂ ਨੇ ਬੜਾ ਆਨੰਦ ਬਣਿਆ। ਸੰਗਤ ਆਈ, ਮਹਾਰਾਜ ਸੱਤਾ ਬਲਵੰਡਾ ਕਿੱਥੇ ਚਲੇ ਗਏ? ਸਤਿਗੁਰੂ ਕਹਿਣਗੇ ਹੰਕਾਰੇ ਗਏ ਨੇ, ਦੇਹਾਂ ਫਿੱਟ ਜਾਣਗੀਆਂ, ਜ਼ੁਬਾਨ ਰੁਕ ਜਾਵੇਗੀ। ਸਤਿਗੁਰ ਨੇ ਨਿੰਦਿਆ ਕਰਦੇ ਨੇ। ਕੁਝ ਦਿਨ ਹੀ ਹੋਏ ਤੇ ਜ਼ੁਬਾਨ ਪੱਕ ਗਈ, ਗਲੇ ਪੱਕ ਗਏ, ਸੰਗ ਖਰਾਬ ਹੋ ਗਏ, ਚਮੜੀ ਸਾਰੀ ਟੁੱਟਣ ਲੱਗ ਪਈ, ਸਰੀਰ ਸਾਰਾ ਫਿੱਟ ਗਿਆ। ਕੋਈ ਸਿੱਖ ਇਹਨਾਂ ਨੂੰ ਮੂੰਹ ਨਹੀਂ ਸੀ ਲਾਉਂਦਾ। ਲਾਹੌਰ ਖਾਲਸਾ ਜੀ ਗਏ, ਉੱਥੇ ਭਾਈ ਲੱਦਾ ਜੀ ਪਰਉਪਕਾਰੀ ਸਿੱਖ ਰਹਿੰਦਾ ਸੀ, ਉੱਥੇ ਚਲੇ ਗਏ। ਜਦੋਂ ਉਹਨੂੰ ਪਤਾ ਲੱਗਾ ਵੀ ਆ ਰਹੇ ਨੇ, ਦਰਵਾਜ਼ਾ ਬੰਦ ਕਰ ਲਿਆ। ਦਰਵਾਜ਼ੇ ਅੱਗੇ ਜਾ ਕੇ ਬੇਨਤੀ ਕੀਤੀ, ਸਿੱਖਾ ਅਸੀਂ ਸੁਣਿਆ ਸੀ ਵੀ ਗੁਰੂ ਕਾ ਸਿੱਖ ਭਾਈ ਲੱਦਾ ਬੜਾ ਪਰਉਪਕਾਰੀ ਹੈ। ਜੇ ਤੂੰ ਵੀ ਨਾ ਸਤਿਗੁਰਾਂ ਤੋਂ ਸਾਨੂੰ ਬਖਸ਼ਵਾਇਆ ਤੇ ਕੌਣ ਬਖਸ਼ਵਾਵੇਗਾ? ਸਾਡੀ ਬੇਨਤੀ ਪ੍ਰਵਾਨ ਕਰ ਤੇ ਦਰਵਾਜ਼ਾ ਖੋਲ। ਭਾਈ ਸਾਹਿਬ ਨੇ ਦਰਵਾਜ਼ਾ ਖੋਲ ਦਿੱਤਾ। ਘਰੇ ਵੜ ਗਏ, ਪੁੱਛਿਆ ਕੀ ਗੁਰੂ ਕਾ ਹੁਕਮ ਹੈ? ਸਤਿਗੁਰੂ ਗਰੀਬ ਨਵਾਜ ਦੀ ਨਿੰਦਿਆ ਕੀਤੀ ਤੇ ਸਤਿਗੁਰਾਂ ਨੇ ਕਿਹਾ ਸੀ ਗਲੇ ਪੱਕ ਜਾਣਗੇ, ਬੋਲ ਨਹੀਂ ਸਕੋਗੇ, ਜ਼ੁਬਾਨ ਦੇਹ ਫਿੱਟ ਜਾਵੇਗੀ। ਇਹ ਵੀ ਕਿਹਾ ਸੀ ਜਿਹੜਾ ਬਖਸ਼ਾਉਣ ਵਾਸਤੇ ਆਵੇਗਾ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਫੇਰਾਂਗੇ। ਭਾਈ ਸਾਹਿਬ ਜੀ ਕਹਿਣਗੇ ਕੋਈ ਗੱਲ ਨਹੀਂ, ਰਾਤ ਠਹਿਰੋ। ਤੜਕਾ ਹੋਇਆ ਤੇ ਬਾਜ਼ਾਰ ਚੋਂ ਖੋਤਾ ਲੈ ਆਂਦਾ। ਮੂੰਹ ਕਾਲਾ ਕਰ ਲਿਆ ਤੇ ਸਾਰੇ ਲਾਹੌਰ ਦੇ ਬਾਜ਼ਾਰਾਂ 'ਚ ਪਹਿਲੋਂ ਫਿਰੇ। ਬੱਚੇ ਤਾੜੀਆਂ ਮਾਰਦੇ ਫਿਰਦੇ ਨੇ ਮਗਰ। ਅੰਮ੍ਰਿਤਸਰ ਸਾਹਿਬ ਆ ਗਏ ਤੇ ਇੱਥੇ ਫਿਰ ਘੁਮਿਆਰਾਂ ਤੋਂ ਖੋਤਾ ਲੈ ਲਿਆ, ਮੂੰਹ ਕਾਲਾ ਕਰ ਲਿਆ ਤੇ ਖੋਤੇ ਦੇ ਚੜੇ ਹੋਏ ਤਮਾਸ਼ਬੀਨ ਮਗਰ ਤਾੜੀਆਂ ਵਜਾਉਂਦੇ ਨੇ। ਜਦੋਂ ਮੰਜੀ ਸਾਹਿਬ ਦੀਵਾਨ ਅਸਥਾਨ ਦੇ ਨੇੜੇ ਪਹੁੰਚੇ, ਇੱਥੇ ਹੀ ਸ਼ੁਰੂ ਤੋਂ ਦੀਵਾਨ ਲੱਗਦੇ ਸੀ, ਤਾਂ ਹੀ ਗੁਰਦੁਆਰਾ ਮੰਜੀ ਸਾਹਿਬ ਹੈ। ਸਤਿਗੁਰੂ ਗਰੀਬ ਨਵਾਜ ਨੇ ਪੁੱਛਿਆ ਵੀ ਕਾਹਦਾ ਰੌਲਾ ਜਿਹਾ ਪੈਣ ਡਿਆ? ਕਹਿੰਦੇ ਮਹਾਰਾਜ ਭਾਈ ਲੱਦਾ ਉਹਨਾਂ ਕੀਰਤਨੀਆਂ ਸੱਤੇ ਬਲਵੰਡੇ ਨੂੰ ਬਖਸ਼ਾਉਣ ਲਈ ਲੈ ਕੇ ਆ ਰਿਹਾ ਹੈ। ਸਤਿਗੁਰੂ ਗਰੀਬ ਨਵਾਜ ਉੱਠੇ, ਅੱਗੇ ਵਧੇ, ਖੋਤੇ ਤੇ ਚੜਿਆ ਹੋਇਆ ਮੂੰਹ ਕਾਲਾ ਕੀਤਾ ਹੋਇਆ ਭਾਈ ਲੱਦੇ ਦਾ ਔਰ ਸਤਿਗੁਰਾਂ ਨੂੰ ਵੇਖ ਕੇ ਖੋਤੇ ਤੋਂ ਥੱਲੇ ਉਤਰ ਆਇਆ। ਚਰਨਾਂ ਤੇ ਸਿਰ ਰੱਖ ਦਿੱਤਾ, ਹੱਥ ਜੋੜੇ, ਗਰੀਬ ਨਵਾਜ ਮੈਂ ਬੇਨਤੀ ਫੇਰ ਕਰਨੀ ਹੈ। ਪਹਿਲੋਂ ਜੋ ਆਪ ਜੀ ਨੇ ਸਜ਼ਾ ਕਹੀ ਸੀ ਨਾ ਵੀ ਮੂੰਹ ਕਾਲਾ ਕਰਕੇ ਖੋਤੇ ਤੇ ਚੜਾ ਕੇ ਫੇਰਾਂਗੇ, ਉਹ ਮੈਂ ਆਪ ਜੀ ਦੇ ਬਚਨ ਨੂੰ ਪਹਿਰਾ ਦਿੱਤਾ ਹੈ, ਉਹ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਕਰ ਲਈ ਹੈ। ਜੇ ਹੋਰ ਕੋਈ ਸਜ਼ਾ ਦੇਣੀ ਹੈ ਨਾ ਤੇ ਮੈਨੂੰ ਹੁਕਮ ਕਰੋ, ਮੈਂ ਉਹ ਸਜ਼ਾ ਵੀ ਭੁਗਤ ਕੇ ਫੇਰ ਬੇਨਤੀ ਕਰਨੀ ਹੈ। ਸਤਿਗੁਰਾਂ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਭਾਈ ਲੱਦਿਆ ਜੋ ਕਿਹਾ ਸੀ ਬਚਨ ਤੋਂ ਪੂਰਾ ਮੰਨਿਆ ਹੈ, ਪਰ ਪਾਤਸ਼ਾਹ ਸੀ ਤਾਂ ਛਿਨ ਛਿਨ ਕਾਲ ਚ ਭੁੱਲਣ ਹਾਰੇ ਐ। ਤੁਸੀਂ ਸਰਬੱਗ ਹੋ, ਇਹ ਤੁਹਾਡੇ ਦਾਤਾ ਦਰ ਦੇ ਕੀਰਤਨੀਏ ਨੇ। ਇਹਨਾਂ ਕੀਰਤਨੀਆਂ ਦੀ ਭੁੱਲ ਨੂੰ ਮੁਆਫ ਕਰ ਦਿਓ, ਕਿਰਪਾ ਕਰੋ ਸੱਚੇ ਪਾਤਸ਼ਾਹ, ਇਹਨਾਂ ਨੂੰ ਕੀਰਤਨ ਨਾਲ ਜੋੜ ਲਓ। ਦੇਹ ਅਰੋਗਤਾ ਦਾ ਦਾਨ ਬਖਸ਼ੋ ਤਾਂ ਕਿ ਤੁਹਾਡੇ ਦਰ ਤੇ ਇਹ ਕੀਰਤਨ ਦੀ ਸੇਵਾ ਕਰਦੇ ਨਿਭਾਉਂਦੇ ਰਹਿਣ। ਸਤਿਗੁਰੂ ਕਹਿਣਗੇ ਭਾਈ ਲੱਦਿਆ ਸਾਡੀ ਨਿੰਦਿਆ ਕਰੀ ਗਿਆ, ਅਸੀਂ ਪ੍ਰਵਾਹ ਨਹੀਂ ਕੀਤੇ, ਪਰ ਜਦੋਂ ਵੱਡੇ ਗੁਰੂ ਸਾਹਿਬਾਂ ਦੀ ਨਿੰਦਿਆ ਕੀਤੀ ਸਾਥੋਂ ਜਰੀ ਨਹੀਂ ਗਏ। ਸੱਚੇ ਪਾਤਸ਼ਾਹ ਨੂੰ ਮੁਆਫ ਕਰ ਦੇਣਾ ਚਾਹੀਦਾ, ਕਿਰਪਾ ਕਰ ਦਿਓ ਜੀ, ਬੇਨਤੀ ਪ੍ਰਵਾਨ ਕਰ ਲਓ। ਸਤਿਗੁਰੂ ਕਹਿਣਗੇ ਠੀਕ ਹੈ, ਸੱਚੇ ਪਾਤਸ਼ਾਹ ਨਾਲ ਤਾਂ ਬੋਲਿਆ ਨਹੀਂ ਜਾਂਦਾ। ਸਤਿਗੁਰੂ ਕਹਿਣਗੇ ਦੁੱਖ ਭੰਜਨ ਬੇਰ ਸਾਹਿਬ ਥਲੇ ਇਸ਼ਨਾਨ ਕਰਕੇ ਆਉਣ,
ਔਰ ਫਿਰ ਇਸ਼ਨਾਨ ਕੀਤਾ ਤੇ ਫਿਰ ਜ਼ੁਬਾਨ ਚੱਲੇ। ਸਤਿਗੁਰੂ ਕਹਿਣਗੇ ਜਿਸ ਜ਼ੁਬਾਨ ਦੇ ਨਾਲ ਨਿੰਦਿਆ ਕੀਤੀ ਨਾ ਸਤਿਗੁਰਾਂ ਦੀ, ਉਸੇ ਜ਼ੁਬਾਨ ਨਾਲ ਉਸਤਤ ਵਡਿਆਈ ਕਰਨਾ ਹੈ। ਸਤਿਗੁਰੂ ਗਰੀਬ ਨਵਾਜ ਦੇ ਹੁਕਮ ਦੀ ਪਾਲਣਾ ਕਰਦੇ ਆ। ਸਤਿਗੁਰੂ ਨੇ ਕਿਰਪਾ ਕੀਤੀ। ਝਾਟੀ ਖਾਲਸਾ ਜੀ, ਇਹ ਸਤਿਗੁਰੂ ਦੀ ਉਸਤਤ ਦੇ ਬਚਨ ਹੈ। ਇਹ ਵਾਰ 8 ਪੌੜੀਆਂ ਦੇ ਟਿੱਕੇ ਦੀ ਵਾਰ। ਮਹਾਂਪੁਰਖ ਕਿਹਾ ਕਰਦੇ ਸੀ ਅੱਜ ਵੀ ਕਿਸੇ ਨੂੰ ਕੋੜ ਵਰਗੀ ਬਿਮਾਰੀ ਹੋ ਜਾਵੇ, ਇਸ ਵਾਰ ਦਾ ਮੁੜ ਪਾਠ ਕਰੇ, ਸਤਿਗੁਰੂ ਤੰਦਰੁਸਤੀ ਦਾ ਜੀਵਨ ਅੱਜ ਵੀ ਪ੍ਰਦਾਨ ਕਰਦੇ ਨੇ। ਟਿੱਕੇ ਦੀ ਵਾਰ ਵੀ ਇਹਨੂੰ ਕਿਹਾ ਜਾਂਦਾ ਹੈ। 8 ਪੌੜੀਆਂ ਦੀ ਇਹ ਵਾਰ ਹੈ। ਪਹਿਲੀਆਂ 4 ਪੌੜੀਆਂ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਅੰਗਦ ਸਾਹਿਬ ਜੀ ਦੀ ਰਲਵੀਂ ਮਿਲਵੀਂ ਮਹਿਮਾ ਹੈ। 5ਵੀਂ ਪੌੜੀ ਵਿੱਚ ਗੁਰੂ ਅੰਗਦ ਸਾਹਿਬ ਦੀ ਵਡਿਆਈ ਹੈ। 6ਵੀਂ ਪੌੜੀ 'ਚ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ ਉਸਤਤ ਹੈ। 7ਵੀਂ 'ਚ ਸਤਿਗੁਰੂ ਰਾਮਦਾਸ ਮਹਾਰਾਜ ਦੇ 8ਵੀਂ ਸਮਾਪਤੀ ਦੀ ਪੌੜੀ 'ਚ ਗੁਰੂ ਅਰਜਨ ਸਾਹਿਬ ਦੀ ਮਹਿਮਾ ਹੈ। ਉਸ ਵੇਲੇ ਭਾਈ ਸੱਤਾ ਬਲਵੰਡ ਹੈ, ਇਹ ਸਤਿਗੁਰੂ ਦੇ ਕੋਲ ਬੈਠੇ ਹੋਏ ਔਰ ਗਰੀਬ ਨਵਾਜ ਦੇ ਕੋਲ ਬੈਠ ਕੇ ਇਹ ਵਾਰ ਉਹਨਾਂ ਨੇ ਪੌੜੀਆਂ, ਇਹ 'ਚ ਕੋਈ ਸ਼ਲੋਕ ਜਾਂ ਮਹੱਲਾ ਜਾਂ ਪੌੜੀ ਜਿਗਰ ਨਹੀਂ, ਤਰਤੀਬਤਾ ਨਾਲ ਇਹ 8 ਪੌੜੀਆਂ ਦੀ ਇਹ ਵਾਰ ਸਤਿਗੁਰੂ ਦੇ ਕੋਲ ਫਰਮਾਈ। ਰਾਮਕਲੀ ਦੀ ਤੀਸਰੀ ਵਾਰ, ਤੀਸਰੇ ਥਾਂ ਤੇ ਵਾਰ ਦੇ ਵਿੱਚ ਸਤਿਗੁਰੂ ਨੇ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਣਾ ਕੀਤੀ ਹੈ। ਔਰ ਸੱਤਾ ਬਲਵੰਡਾਂ ਜੋ ਸਤਿਗੁਰੂ ਸਿਰੋਂ ਕੋ ਦੇ ਰਹੇ ਨੇ, ਮਨ ਬਿਰਤੀਆਂ ਇਕਾਗਰਤਾ ਸਹਿਤ ਕਰਦੇ ਆ। ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਹ ਰਾਮਕਲੀ ਦੀ ਖਾਲਸਾ ਜੀ ਇਹ ਵਾਰ ਹੈ। ਰਾਏ ਬਲਵੰਡ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਲਵੰਡ ਨੂੰ ਇਹ ਖਿਤਾਬ ਦਿੱਤਾ ਹੋਇਆ ਸੀ ਰਾਏ ਦਾ। ਸਤਿਗੁਰੂ ਅਰਜਨ ਸਾਹਿਬ ਨੇ ਰਾਏ ਦਾ ਖਿਤਾਬ ਦਿੱਤਾ ਹੋਇਆ ਸੀ ਬਲਵੰਡ ਨੂੰ, ਤਾਂ ਇੱਥੇ ਰਾਏ ਬਲਵੰਡ ਹੈ। ਤਥਾ ਸਤੈ ਡੂਮ ਆਖੀ, ਸੱਤਾ ਸੀ ਨਾਲ, ਇਹ ਡੂਮ ਮਰਾਸੀ ਜਾਤ ਦੇ ਸਨ ਹੈ। ਔਰ ਇਹਨਾਂ ਦੀ ਭਾਸ਼ਾ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਡੂਮ ਮਰਾਸੀ ਜਾਤ ਦੀ ਭਾਸ਼ਾ ਵਿੱਚ ਇਹ ਸਤਿਗੁਰੂ ਗਰੀਬ ਨਵਾਜ ਦੇ ਚਰਨਾਂ 'ਚ ਇਹਨਾਂ ਨੇ ਬੇਨਤੀ ਕੀਤੀ ਹੈ। ਔਰ ਬਲਵੰਡ ਰਾਏ ਤੇ ਸੱਤਾ ਜਿਹੜਾ ਹੈ, ਦੋਵੇਂ ਭਰਾ ਇਹ ਗੁਰੂ ਦੀ ਉਸਤਤ ਵਜੋਂ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਇਹ ਪਹਿਲੇ ਬਚਨ ਸ਼ੁਰੂ ਕੀਤੇ ਨੇ। ਅੱਗੇ ਹਜ਼ੂਰ ਸੱਚੇ ਪਾਤਸ਼ਾਹ ਬੀਜ ਮੰਤਰ ਫਰਮਾਉਂਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਓੰਕਾਰ ਜੋ ਖਾਲਸਾ ਜੀ ਰੱਖਿਆ ਸਹਾਇਤਾ ਕਰਨ ਯੋਗ ਹੈ। ਇੱਕ ਵਾਹਿਗੁਰੂ ਹੈ, ਦੂਈ ਦਵੈਤ ਤੋਂ ਰਹਿਤ ਹੈ। ਉਚਾਰਣੇ ਮਾਤਰ ਜੋ ਰੱਖਿਆ ਕਰਨ ਯੋਗ ਹੈ। ਓੰਕਾਰ ਦੇ ਸ਼ਬਦ ਦੀ ਧੁਨ ਦੁਆਰਾ ਹੀ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਇਹ ਪੈਦਾ ਕੀਤੇ ਹੋਏ ਨੇ। ਸੋ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਪਹਿ, ਓੰਕਾਰ ਵੇਦ ਨਿਰਮੈ। ਦਿਨ ਤੇ ਰਾਤ ਪਰਮੇਸ਼ਰ ਨੇ ਬਣਾਇਆ, ਉਹ ਵੀ ਓੰਕਾਰ ਦੀ ਧੁਨ ਦੁਆਰਾ ਹੈ। ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੇ, ਏਕ ਕਵਾਵੇ ਤੇ ਸਭ ਹੋਆ। ਇੱਕੋ ਹੀ ਕਵਾਓ ਜਿਹੜਾ ਬਚਨ ਕੀਤਾ ਨਾ ਸੰਸਾਰ ਦੀ ਰਚਨਾ ਦਾ, ਉਹ ਹੈ ਓੰਕਾਰ ਦੀ ਧੁਨ ਹੈ। ਪ੍ਰਥਮ ਹੈ ਓੰਕਾਰ ਧੁਨ ਕਹਾ, ਸੋ ਧੁਨ ਪੂਰ ਜਗਤ ਮੋਹ ਰਹਾ। ਸੋ ਉਸ ਧੁਨੀ ਦੁਆਰਾ ਇਸ ਸੰਸਾਰ ਦੀ ਰਚਨਾ ਰਚੀ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਤਨਾਮ ਸਤ ਦਾ ਹੈ, ਗੁਰ ਨਾਮ ਚੇਤਨ ਦਾ ਹੈ, ਪ੍ਰਸਾਦ ਨਾਮ ਆਨੰਦ ਦਾ ਹੈ। ਉਹ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਗੁਰਬਾਣੀ 'ਚ 4 ਪ੍ਰਕਾਰ ਦੇ ਮੰਗਲ ਸਤਿਗੁਰੂ ਨੇ ਵਰਤੇ ਨੇ। ਇਹ ਮੰਗਲਾਚਰਨ ਜਿਹੜੇ ਬਹੁਤੀ ਵਾਰੀ ਸਤਿਗੁਰੂ ਨੇ ਬਾਣੀ 'ਚ ਸ਼ਬਦਾਂ ਦੇ ਸਰਲੇਖ ਵਿੱਚ ਕਿਰਪਾ ਕਰਕੇ ਫਰਮਾਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦ 524 ਵਾਰ ਇਹ ਗੁਰੂ ਗ੍ਰੰਥ ਸਾਹਿਬ 'ਚ ਸਤਿਗੁਰੂ ਨੇ ਅੰਕਿਤ ਕੀਤਾ ਹੈ। ਇੱਕ ਮੰਗਲਾਚਰਨ ਹੈ ਜਿਹੜਾ 2 ਵਾਰ ਆਇਆ, ਕੇਵਲ 2 ਵਾਰ ਹੈ। ਉਹ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਹੈ।
ਇਹ ਦੋ ਵਾਰੀ, ਇੱਕ ਵਾਰੀ ਤਾਂ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਹੈ। ਚੌਥੇ ਪਾਤਸ਼ਾਹ ਦੀ ਬਾਣੀ ਸ੍ਰੀ ਰਾਗ ਦੇ 81 ਅੰਗ ਦੇ ਉੱਪਰ ਹੈ। ਸਤਿਗੁਰੂ ਰਾਮਦਾਸ ਜੀ ਨੇ ਬਾਣੀ ਵਿੱਚ ਇਹ ਮੰਗਲ ਉਚਾਰਿਆ ਸੀ। ਸਤਿਗੁਰੂ ਅਰਜਨ ਸਾਹਿਬ ਜੀ ਨੇ ਖਾਲਸਾ ਜੀ ਫਿਰ ਚੌਜੀ ਪ੍ਰੀਤਮ ਨੇ ਇਹ ਬਿਹਾਗੜੇ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਘਰ ਦੁੱਖ ਨੀਂਦੜੀਏ ਪਰਤੈ ਸੰਤ ਪਗਾ ਜਦੋਂ ਸ਼ਬਦ ਉਚਾਰਿਆ ਉਸ ਵੇਲੇ ਵੀ ਇਹੀ ਮੰਗਲ ਕੀਤਾ ਸੀ। ਕੇਵਲ 2 ਵਾਰ ਇਹ ਮੰਗਲਾਚਰਨ ਫਰਮਾਇਆ ਹੈ। ਤੀਸਰਾ ਮੰਗਲਾਚਰਨ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹੈ। ਇਹ 9 ਵਾਰੀ ਸਤਿਗੁਰੂ ਨੇ ਗੁਰਬਾਣੀ ਚ ਫਰਮਾਇਆ ਹੈ। ਪਹਿਲੀ ਵਾਰ 137 ਅੰਗ ਦੇ ਉੱਪਰ ਜਦੋਂ ਮਾਝ ਰਾਗ ਦੀ ਵਾਰ ਸ਼ੁਰੂ ਕੀਤੀ ਨਾ ਉਸ ਵੇਲੇ ਵੀ ਇਹੀ ਮੰਗਲਾਚਰਨ ਸਤਿਗੁਰਾਂ ਨੇ ਲਿਖਵਾਇਆ ਹੈ। 2 ਵਾਰ ਗੌੜੀ ਰਾਗ ਦੇ ਵਿੱਚ ਸ਼ੰਤਾਂ ਵਿੱਚ, 2 ਵਾਰ ਗੌੜੀ ਦੀਆਂ ਅਸ਼ਟਪਦੀਆਂ ਵਿੱਚ, 3 ਵਾਰ ਗੌੜੀ ਰਾਗ ਦੀ ਭਗਤ ਬਾਣੀ ਦੇ ਅੰਦਰ ਹੈ। 7 ਵਾਰੀ ਕੇਵਲ ਗੌੜੀ ਰਾਗ ਵਿੱਚ ਇਹ ਮੰਤਰ ਹਜੂਰ ਨੇ ਫਰਮਾਇਆ ਹੈ। ਤੇ ਸ੍ਰੀ ਰਾਗ ਜਿਹੜੀ ਮਾਝ ਦੀ ਵਾਰ ਹੈ ਉਹ 8ਵਾਂ ਤੇ ਫਿਰ ਹਜੂਰ ਸੱਚੇ ਪਾਤਸ਼ਾਹ ਜੀ ਨੇ 855 ਅੰਗ ਦੇ ਉੱਪਰ ਜਦੋਂ ਬਿਲਾਵਲ ਦੀ ਭਗਤ ਬਾਣੀ ਲਿਖੀ ਨਾ, ਸ਼ਾਇਦ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਕਥਾ ਕਰਕੇ ਗਏ ਨੇ, ਉਹਨਾਂ ਨੇ ਭਗਤ ਬਾਣੀ ਦੀ ਕੀਤੀ ਹੈ। ਉਦੋਂ ਜਿਹੜੀ ਭਗਤ ਬਾਣੀ ਭਾਈ ਭਗਤ ਕਬੀਰ ਜੀ ਦੀ ਆਰੰਭ ਹੁੰਦੀ ਹੈ, ਉਹ ਖਾਲਸਾ ਜੀ ਪਹਿਲੇ ਸ਼ਬਦ ਦੇ ਸਿਰਲੇਖ ਵਿੱਚ ਇਹ ਮੰਤਰ ਸਤਿਗੁਰੂ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹੈ। ਇਹ ਹਜੂਰ ਨੇ ਨਾਮ ਹੀ ਵਾਰੀ ਉੱਥੇ ਫਰਮਾਇਆ, ਐਸੋ ਇਹੋ ਸੰਸਾਰ ਪੇਖਣਾ ਰਹਿਣ ਨ ਕੋ ਪਈ ਹੈ ਰੇ, ਸੂਤੇ ਸੂਤੇ ਰੇਗ ਚੱਲਹੁ ਤੁਮ ਨਤ ਰਖੋ ਧੱਕਾ ਦਵਈ ਹੈ ਰੇ, ਬਾਰੇ ਬੂਟੇ ਤਰਨੇ ਪਹੀਆ ਸਭਹੁ ਜਮ ਲੈ ਜਈ ਹੈ ਰੇ, ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਧਨਵੰਤਾ ਅਰ ਨਿਰਧਨ ਮੰਨਈ ਤਾਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨ ਜਾਹਿ ਨ ਕਬਹੁ ਮਰਤੇ ਪਾਰ ਬ੍ਰਹਮ ਸੰਗਾਰੀ ਰੇ, ਪੁੱਤਰ ਕਲੱਤਰ ਲక్ష్ਮੀ ਮਾਇਆ ਇਹ ਤਜਹੁ ਜੀ ਜਾਨੀ ਰੇ, ਕਹਿਤ ਕਬੀਰ ਸੁਨਹੁ ਰੇ ਸੰਤਹੁ ਮਿਲਹਿ ਸਾਰਿੰਗ ਪਾਣੀ ਰੇ। ਇਹ ਬਚਨ ਹਜੂਰ ਨੇ ਫਰਮਾਇਆ ਸੀ ਭਗਤ ਰਸਨਾ ਦੁਆਰਾ। 9ਵੀਂ ਵਾਰੀ ਉਦੋਂ ਹਜੂਰ ਨੇ ਮੰਗਲਾਚਰਨੇ ਵਰਤਿਆ ਹੈ। ਚੌਥਾ ਮੰਗਲਾਚਰਨ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਹੈ। ਜੇ ਜਪਜੀ ਸਾਹਿਬ ਵਾਲਾ ਪਾ ਲਈਏ ਤੇ 33 ਵਾਰ ਹੈ, ਤੇ ਜੇ ਜਪਜੀ ਸਾਹਿਬ ਤੋਂ ਬਗੈਰ ਗਿਣੀਏ ਤੇ 32 ਵਾਰ ਹਜੂਰ ਸੱਚੇ ਪਾਤਸ਼ਾਹ ਨੇ ਮੰਗਲਾਚਰਨ ਗੁਰਬਾਣੀ ਚ ਵਰਤਿਆ ਹੈ। ਜਦੋਂ 1410 ਅੰਗ ਤੇ ਵਾਰਾਂ ਵਧੀਕ ਦੀ ਬਾਣੀ ਸਤਿਗੁਰੂ ਨੇ ਲਿਖਵਾਈ ਹੈ, ਉਦੋਂ ਇਹ ਮਹਾਮੰਤਰ ਹਜੂਰ ਨੇ ਕਿਰਪਾ ਕਰਕੇ ਸਮਾਪਤੀ ਦੀ ਵਾਰੀ ਤੇ ਇਹ ਲਿਖਾਉਣਾ ਕੀਤਾ, ਉਸ ਤੋਂ ਬਾਅਦ ਨਹੀਂ। ਸੋ ਇੱਥੇ ਹਜੂਰ ਜੋ ਮੰਗਲਾਚਰਨ ਵਰਤਿਆ 524 ਵਾਰੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਅੱਗੇ ਹਜੂਰ ਕਿਰਪਾ ਕਰਕੇ ਅੰਮ੍ਰਿਤਮਈ ਸਿੱਖਿਆ ਦਿੰਦੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਨਾਉ ਕਰਤਾ ਕਾਦਰ ਕਰੇ। ਧੰਨ ਗੁਰੂ ਸਤਿਗੁਰੂ ਗਰੀਬ ਨਵਾਜ ਦੇ ਪਾਸ ਬੈਠੇ ਭਾਈ ਸੱਤਾ ਬਲਵੰਡ ਬੇਨਤੀ ਕਰਦੇ ਨੇ, ਸਤਿਗੁਰੂ ਜੀ ਨਾਉ ਕਰਤਾ ਕਾਦਰ ਕਰੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਸਰੂਪ ਹਨ, ਜਿਨ੍ਹਾਂ ਦੇ ਨਾਮ ਨੂੰ ਕਾਦਰ ਨੇ ਨਾ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸਦਰਸੀ ਕਰ ਲੈਣਾ ਕੀਤਾ ਹੈ। ਜਿਸ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਕਾਦਰ ਕੁਦਰਤ ਦਾ ਮਾਲਕ ਵਾਹਿਗੁਰੂ ਉਸ ਕਰਤੇ ਨੇ ਆਪਣੇ ਸਦਰਸੀ ਕਰ ਲਿਆ। ਉਸ ਅਕਾਲ ਪੁਰਖ ਦਾ ਸਰੂਪ ਨੇ ਗੁਰੂ ਨਾਨਕ ਮਹਾਰਾਜ ਹੈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਨਾਉ ਕਰਤਾ ਕਾਦਰ ਕਰੇ। ਕਾਦਰ ਕੁਦਰਤ ਦੇ ਮਾਲਕ ਕਰਤੇ ਵਾਹਿਗੁਰੂ ਨੇ, ਜਿਨ੍ਹਾਂ ਦੇ ਨਾਮ ਨੂੰ ਆਪਣੇ ਸਦਰਸੀ ਕਰ ਲੈਣਾ ਕੀਤਾ ਹੈ। ਕਿਉਂ ਬੋਲ ਹੋਵੇ ਜੋ ਕੀਵਦੈ। ਉਹਨਾਂ ਦੇ ਜਿਹੜੇ ਬੋਲ ਬਚਨ ਨੇ ਨਾ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਨਿਕਲੇ ਹੋਏ, ਕਿਉਂ ਬੋਲ ਹੋਵੇ ਜੋ ਕੀਵਦੈ।
ਉਹ ਜੋਖੇ ਕਿਵੇਂ ਜਾ ਸਕਦੇ, ਹਾੜੇ ਕਿਵੇਂ ਜਾ ਸਕਦੇ ਆ, ਅੰਦਾਜ਼ੇ ਕਿਵੇਂ ਜਾ ਸਕਦੇ ਨੇ। ਜਿਹੜਾ ਬੋਲ ਰੂਪੀ ਤੀਰ ਚੱਲ ਗਿਆ ਨਾ ਉਹ ਕਦੇ ਵਾਪਸ ਨਹੀਂ ਮੁੜਿਆ। ਜਿਹੜਾ ਬਚਨ ਰਸਨਾ ਤੋਂ ਨਿਕਲ ਗਿਆ ਨਾ ਉਹ ਬਚਨ ਖਾਲਸਾ ਜੀ ਕਿਵੇਂ ਜੋ ਖੀਵਦਾ, ਕੌਣ ਖੀਵੇ ਸਹਾਰ ਸਕਦਾ ਹੈ। ਉਹ ਬਚਨ ਕਦੇ ਟਲ ਨਹੀਂ ਸਕਦਾ। ਜਿਹੜਾ ਬਚਨ ਵੀ ਗੁਰੂ ਨਾਨਕ ਸਾਹਿਬ ਤੁਹਾਡੀ ਰਸਨਾ ਤੋਂ ਨਿਕਲਿਆ ਉਹ ਬਚਨ ਜੋਖਿਆ ਮਿਣਿਆ ਤੋਲਿਆ ਨਹੀਂ ਜਾ ਸਕਦਾ। ਉਸ ਬਚਨ ਨੂੰ ਕੌਣ ਹੈ ਜਿਹੜਾ ਖੀਵੇ ਸਹਾਰ ਸਕੇ। ਜਿਹੜਾ ਬਚਨ ਗੁਰੂ ਨਾਨਕ ਸਾਹਿਬ ਤੁਸੀਂ ਰਸਨਾ ਤੋਂ ਕਹਿਣਾ ਕੀਤਾ ਉਹ ਸਤ ਹੋਇਆ ਹੈ। ਦੇ ਗੁਣਾ ਸਤ ਭੈਣ ਭਰਾਵ ਹੈ। हे ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਨਿਰੰਕਾਰ ਦਾ ਤੁਸੀਂ ਸਰੂਪ ਹੋ। ਦੇ ਗੁਣਾ ਜਿਹੜੇ ਗੁਣ ਦਿੱਤੇ ਹੋਏ ਨੇ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਸਤਿਗੁਰੂ ਤੁਹਾਡੇ ਕੋਲ ਜਿਹੜੇ ਗੁਣ ਨੇ ਨਾ ਰੱਬੀ ਤਾਕਤ ਜਿਹੜੀ ਹੈ ਸਾਤ ਸੰਤੋਖ ਦਇਆ ਧਰਮ ਵਿਚਾਰ ਇਹ ਸਭ ਗੁਣ ਜਿਹੜੇ ਨਾ ਇਹ ਸੱਚੇ ਪਾਤਸ਼ਾਹ ਤੁਹਾਡੇ ਭਰਾ ਨੇ। ਕਰਨਾ ਮੁਦਤਾ ਅਮੈਤਰੀ ਅਪੇਖਿਆ ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੁਹਾਡੀਆਂ ਭੈਣਾਂ ਨੇ। ਦੇ ਗੁਣਾ ਸਤ ਭੈਣ ਭਰਾਵ ਹੈ। ਜਿਹੜੇ ਗੁਣ ਦਿੱਤੇ ਨੇ ਵਾਹਿਗੁਰੂ ਪਰਮੇਸ਼ਰ ਨੇ ਤੁਹਾਨੂੰ ਸਭ ਗੁਣ ਬਖਸ਼ੇ ਹੋਏ ਨੇ। ਉਸ ਅਕਾਲ ਪੁਰਖ ਦਾ ਸਰੂਪ ਉਸ ਸੰਸਾਰ ਦੇ ਭਲੇ ਵਾਸਤੇ ਆਏ ਹੋ। ਉਹ ਦੇ ਗੁਣਾ ਜਿਹੜੇ ਵਾਹਿਗੁਰੂ ਨੇ ਗੁਣ ਸ਼ਕਤੀ ਦੇ ਕੇ ਤੁਹਾਨੂੰ ਆਪਣਾ ਸਰੂਪ ਬਣਾ ਕੇ ਭੇਜਿਆ ਉਹ ਸਤ ਭੈਣ ਭਰਾਵ ਹੈ। ਸੱਚ ਬੋਲਣਾ ਸਤ ਸੰਤੋਖ ਧੀਰਜ ਧਰਮ ਇਹ ਮਹਾਰਾਜ ਤੁਹਾਡੇ ਭਰਾ ਨੇ। ਤੇ ਕਰਨਾ ਮੁਦਤਾ ਅਮੈਤਰੀ ਅਪੇਖਿਆ ਜਿਹੜੇ ਵਿਚਾਰਾਂ ਨੇ ਇਹ ਸੱਚੇ ਪਾਤਸ਼ਾਹ ਤੁਹਾਡੀ ਭੈਣ ਬਰਾਬਰ ਹੈ। ਇਹ ਤੁਹਾਡੀਆਂ ਭੈਣਾਂ ਨੇ ਗੁਰੂ ਨਾਨਕ ਸਾਹਿਬ ਜੀ। ਆਰੰਗਤ ਦਾਨ ਪੜੀ ਵਧੇ। ਸੱਚੇ ਪਾਤਸ਼ਾਹ ਜਿਹੜੀ ਤੁਹਾਡੀ ਸਤ ਸੰਗਤ ਹੈ ਨਾ ਜਿਹੜੀ ਸੰਗਤ ਹੈ ਤੁਹਾਡੀ ਉਸ ਸੰਗਤ ਦੇ ਵਿੱਚ ਪਾਰੰਗਤ ਦਾਨ ਪੜੀ ਵਧੈ। ਪਾਰੰਗਤ ਜਾਂ ਕੈਵਲ ਮੋਖ ਹੈ ਨਾ ਕੈਵਲ ਮੋਖ ਹੈ। ਸੱਚੇ ਪਾਤਸ਼ਾਹ ਕੈਵਲ ਮੁਖ ਦਾ ਦਾਨ ਪੜੀ ਵਧੈ ਪੈ ਰਿਹਾ ਹੈ। ਐਸਾ ਗੁਰਸਿੱਖਾਂ ਤੇ ਪਰਉਪਕਾਰ ਕਰਦੇ ਹੋ। ਦੁਨੀਆ ਤੋੜੀਆਂ ਰਿੱਧੀਆਂ ਸਿੱਧੀਆਂ ਦੇ ਜਾਲਾਂ 'ਚ ਫਸੀ ਹੋਈ ਹੈ। ਮੁਕਤੀਆਂ ਜਿਹੜੀਆਂ ਸਲੋਕ ਸਰੂਪ ਸਮੀਪ ਸਜੋਜ ਆਦਿ ਕਹਾਣ ਇੱਥੋਂ ਤੱਕ ਹੀ ਹੈ। ਪਰ ਤੁਹਾਡੇ ਦਰਬਾਰ ਵਿੱਚ ਤੁਹਾਡੀ ਸੰਗਤ 'ਚ ਪਾਰੰਗਤ ਦਾਨ ਪੜੀ ਵਧੈ। ਕੈਵਲ ਮੋਖ ਜਿਹੜਾ ਸਿੱਖਾਂ ਨੂੰ ਦੇ ਕੇ ਨਿਹਾਲ ਕਰਦੇ ਨੇ ਜੰਮਣ ਮਰਨ ਤੋਂ ਬਾਹਰ ਕਰਦੇ ਨੇ ਉਹ ਇਹ ਮਹਾਰਾਜ ਦਾਨ ਪੈ ਰਿਹਾ ਦਾਨ ਦੇ ਰਹੇ ਹੋ ਸਿੱਖਾਂ ਤੇ ਪੜੀ ਵਧੈ ਪੜ ਰਿਹਾ ਪੈ ਰਿਹਾ ਨਾਨਕ ਰਾਜ ਚਲਾਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੱਚ ਦਾ ਰਾਜ ਇਹ ਚਲਾਉਣਾ ਕੀਤਾ ਪੰਚਾਇਤੀ ਰਾਜ ਹੈ। ਸੋ ਇਹ ਗੁਰੂ ਨਾਨਕ ਸਾਹਿਬ ਨੇ ਗੁਰੂ ਨਾਨਕ ਰਾਜ ਚਲਾਇਆ। ਇਹ ਰਾਜ ਜਿਹੜਾ ਨਾ ਰਾਜ ਜੋਗ ਦੀ ਪ੍ਰਥਾ ਮਰਿਆਦਾ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਚਲਾਈ ਹੈ। ਔਰ ਸੱਚ ਦਾ ਰਾਜ ਧਰਮ ਦੀ ਮਾਨ ਮਰਿਆਦਾ ਦਾ ਰਾਜ ਇਹ ਗੁਰੂ ਨਾਨਕ ਸਾਹਿਬ ਤੁਸੀਂ ਚਲਾਉਣਾ ਕੀਤਾ ਹੈ। ਕੋਟ ਰਤਾਣੀ ਨਿਵਦੇ। ਤੇ ਸੱਚੇ ਪਾਤਸ਼ਾਹ ਸੱਚ ਕੋਟ ਸੱਚ ਦਾ ਕੋਟ ਕਿਲਾ ਤੁਸੀਂ ਉਸਾਰਨਾ ਕੀਤਾ। ਸੱਚ ਦਾ ਕੋਟ ਹੈ ਸੱਚ ਦਾ ਬੋਲ ਬਾਲਾ ਸੱਚ ਦਾ ਕਿਲਾ ਜਿਹੜਾ ਨਾ ਮਜ਼ਬੂਤ ਕੀਤਾ ਤੁਸੀਂ। ਸੱਚ ਕੋਟ ਸਤਾਣੀ ਨੀਵਦਾ ਤੇ ਸਹਿਤ ਬਲਦੇ ਭਗਤੀ ਰੂਪੀ ਨੀ ਰੱਖਣਾ ਕੀਤੀ ਹੈ। ਭਗਤੀ ਦੀ ਨੇ ਐਸੀ ਭਗਤੀ ਦੀ ਡੂੰਘੀ ਨੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਰੱਖੀ ਹੈ। ਹੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਐਸੇ ਸਰਵ ਕਲਾ ਸਮਰਾਥੋਂ ਸੱਚ ਦਾ ਕਿਲਾ ਉਸਾਰਿਆ ਔਰ ਗਰੀਬ ਨਵਾਜ ਸੱਚ ਦਾ ਕੋਟ ਕਿਲਾ ਉਸਾਰ ਕਰਕੇ ਡੂੰਘੀ ਭਗਤੀ ਦੀ ਸਹਿਤ ਬਲ ਦੇ ਸੱਚੇ ਪਾਤਸ਼ਾਹ ਨਿਉ ਰੱਖਣਾ ਕੀਤੀ ਹੈ। ਲਹਿਣੇ ਧਰਿਓ ਛੱਤ ਸਿਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਦੇ ਸਿਰ ਤੇ ਧਰਿਓ ਛੱਤ ਸਿਰ। ਇਹ ਜਸ ਰੂਪੀ ਛਤਰ ਪ੍ਰਤੱਖ ਵੀ ਛਤਰ ਇਹ ਚਲਾਉਣਾ ਕੀਤਾ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਾ ਤਖਤ ਬਖਸ਼ਿਆ ਹੈ। ਲਹਿਣੇ ਧਰਿਓ ਨੇ ਛੱਤ ਸਿਰ ਜਿਹੜਾ ਛਤਰ ਸੀ ਨਾ ਝੁੱਲੇ ਸੋ ਛੱਤ ਨਿਰੰਜਨੀ ਮੱਲ ਤਖਤ ਬੈਠਾ ਗੁਰ ਹੱਟਿਆ। ਗੁਰੂ ਦੀ ਜਿਹੜੀ ਗੁਰਤਾ ਗੱਦੀ ਰੂਪੀ ਹੱਟ ਤੇ ਬੈਠ ਕਰਕੇ ਸਤਿਗੁਰੂ ਅੰਗਦ ਸਾਹਿਬ ਦੇ ਸਿਰ ਤੇ ਇਹ ਸੱਚੇ ਪਾਤਸ਼ਾਹ ਜਸ ਰੂਪੀ ਛਤਰ ਤੁਸੀਂ ਚਲਾਉਣਾ ਕੀਤਾ ਹੈ। ਲਹਿਣੇ ਧਰਿਓ ਨੇ ਛੱਤ ਸਿਰ ਬਾਬੇ ਲਹਿਣੇ ਦੇ ਸਿਰ ਤੇ ਛਤਰ ਝੁੱਲਦਾ ਗੁਰਿਆਈ ਦਾ। ਕਰ ਸਿਫਤੀ ਅੰਮ੍ਰਿਤ ਪੀਵਦੇ। ਉਹ ਭਾਈ ਲਹਿਣਾ ਜੀ
ਜਿਨ੍ਹਾਂ ਨੇ ਕਰ ਸਿਫਤੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਰਾਤ ਦਿਨ ਸੇਵਾ 'ਚ ਲੱਕ ਬੰਨ ਕੇ, ਕੋਈ ਹੀਲ ਹੁਜਤ ਨਹੀਂ, ਕੋਈ ਆਪਣੀ ਸਿਆਣਪ ਨਹੀਂ, ਕੋਈ ਆਪਣੀ ਰਾਏ ਨਹੀਂ। ਧੰਨ ਗੁਰੂ ਅੰਗਦ ਸਾਹਿਬ ਦਾ ਕਰੇ ਜੀਵਨ ਪੜ੍ਹ ਕੇ ਵੇਖ ਲਈਏ, ਹੈਰਾਨ ਹੋ ਜਾਈਦਾ ਹੈ। ਕੋਈ ਵੀ ਬਚਨ ਸਤਿਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਨਿਕਲਿਆ, ਕਦੇ ਮੋੜਿਆ ਨਹੀਂ, ਕਦੇ ਸਲਾਹ ਨਹੀਂ ਦਿੱਤੀ ਕਿ ਆਹ ਕੰਮ ਅੱਜ ਨਹੀਂ ਹੋ ਸਕਦਾ, ਕੱਲ ਨੂੰ ਹੋ ਜਾਏਗਾ, ਨਹੀਂ ਤੇ ਪਰਸੋਂ ਨੂੰ ਜ਼ਰੂਰ ਕਰ ਦਿਆਂਗੇ। ਜਿਹੜਾ ਵੀ ਹੁਕਮ ਹੋਇਆ ਝੱਟ ਉੱਤੇ ਪਹਿਰਾ ਦਿੱਤਾ ਹੈ। ਉਸ ਗੁਰੂ ਨਾਨਕ ਸਾਹਿਬ ਦੀ ਸਿਫਤ ਸਲਾਹ ਜਿਹੜੀ ਤੁਸੀਂ ਕੀਤੀ ਹੈ ਨਾ, ਅੰਮ੍ਰਿਤ ਪੀਵਦਾ ਹੈ। ਇਹ ਵਾਹਿਗੁਰੂ ਦੀ ਸਿਫਤ ਸਲਾਹ ਰੂਪੀ ਅੰਮ੍ਰਿਤ ਨੂੰ ਪੀਤਾ ਗੁਰੂ ਅੰਗਦ ਸਾਹਿਬ। ਤੁਸੀਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਚਿੱਤ ਪ੍ਰਸੰਨ ਕਰ ਲਿਆ ਹੈ। ਐਸੇ ਸਰਵ ਸ਼ਕਤੀਵਾਨ ਗੁਰੂ ਨਾਨਕ ਸਾਹਿਬ ਉਸ ਵਾਹਿਗੁਰੂ ਦੀ ਸਿਫਤ ਸਲਾਹ ਗੁਰੂ ਨਾਨਕ ਦੀ ਸੇਵਾ ਸਿਮਰਨ ਕਰਕੇ ਅੰਮ੍ਰਿਤ ਪੀਵਦਾ ਹੈ। ਇਹ ਅੰਮ੍ਰਿਤ ਨੂੰ ਪੀਣਾ ਕੀਤਾ ਹੈ, ਵਾਹਿਗੁਰੂ ਦੇ ਨਾਮ ਸਿਮਰਨ ਭਗਤੀ ਦਾ ਅੰਮ੍ਰਿਤ ਪੀਤਾ ਹੈ। ਮਤ ਗੁਰ ਆਤਮ ਦੇਵ ਦੀ, ਜਿਹੜੀ ਮੱਤ ਸੀ ਨਾ ਸਿੱਖਿਆ ਗੁਰੂ ਨਾਨਕ ਦੇਵ ਦੀ, ਆਤਮਾ ਦੇਵ ਹਿਰਦੇ ਦੇ ਪੂਜਨੀਕ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਆਤਮਾ ਵਾਸਤੇ ਸਿੱਖਿਆ ਸੀ, ਉਹ ਮਤ ਗੁਰ ਆਤਮ ਦੇਵ ਦੇ, ਉਹ ਮਤ ਸਿੱਖਿਆ ਜਿਹੜੀ ਹੈ ਨਾ ਆਤਮਾ ਨੂੰ ਦਿੱਤੀ ਗੁਰੂ ਅੰਗਦ ਸਾਹਿਬ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਢਾਲ ਪਕੜਾਈ ਹੈ, ਤੁਹਾਡੇ ਹੱਥ ਢਾਲ ਹੈ। ਦੁਸ਼ਮਣ ਦੇ ਵਾਰ ਨੂੰ ਰੋਕਣ ਵਾਸਤੇ ਢਾਲਾ ਹੁੰਦਾ ਨਾ, ਜਿਹੜੀ ਗੁਰੂ ਨਾਨਕ ਸਾਹਿਬ ਦੀ ਮੱਤ ਸਿੱਖਿਆ ਤੁਹਾਨੂੰ ਪ੍ਰਾਪਤ ਹੋਈ ਗੁਰੂ ਅੰਗਦ ਸਾਹਿਬ, ਉਹ ਤੁਹਾਡੇ ਹੱਥ 'ਚ ਢਾਲਾ ਫੜਾਇਆ ਸਤਿਗੁਰਾਂ ਨੇ। ਖੜਗ ਜੋਰ ਪ੍ਰਾਕ ਹੋਏ ਜੀ ਦੇ, ਤੇ ਸੱਚੇ ਪਾਤਸ਼ਾਹ ਪ੍ਰਾਕ ਹੋਏ, ਪਰਾਕਰਮ ਵਾਲਾ, ਵੱਡੇ ਭਾਰੀ ਬਲ ਵਾਲਾ, ਸ਼ਕਤੀ ਵਾਲਾ ਸਤਿਗੁਰੂ ਨੇ ਤੁਹਾਨੂੰ ਗਿਆਨ ਰੂਪੀ ਖੜਗ ਖੰਡਾ ਫੜਾਉਣਾ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਨੇ ਭਗਤੀ ਰੂਪੀ ਤਲਵਾਰ, ਪਰਾਕਰਮ ਵਾਲਾ, ਵੱਡੇ ਬਲ ਵਾਲਾ, ਪ੍ਰਾਕ ਹੋਏ, ਪਰਾਕਰਮ, ਵੱਡੇ ਬਲ ਵਾਲਾ, ਸ਼ਕਤੀ ਵਾਲਾ ਖੜਗ, ਇਹ ਖੰਡਾ ਸਤਿਗੁਰੂ ਨੇ ਤੁਹਾਨੂੰ ਗੁਰੂ ਅੰਗਦ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਗੁਰ ਚੇਲੇ ਰਹਿ ਰਾਸ ਕੀ, ਧੰਨ ਗੁਰੂ ਨਾਨਕ ਸਾਹਿਬ ਨੇ ਗੁਰੂ ਤੇ ਚੇਲੇ ਦੀ ਜਿਹੜੀ ਰੌਹ ਰੀਤ ਸੀ ਨਾ, ਮਾਣ ਮਰਿਆਦਾ ਸੀ, ਆਪਣੇ ਸਰੀਰ ਦੇ ਕਾਇਮ ਹੁੰਦਿਆਂ ਹੋਇਆਂ ਗੁਰਿਆਈ ਦੇ ਤਖਤ ਤੇ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਨੂੰ ਬਿਠਾਉਣਾ ਹੈ। ਇਹ ਮਹਾਰਾਜ ਗੁਰੂ ਚੇਲੇ ਵਾਲੀ ਜਿਹੜੀ ਪ੍ਰਥਾ ਸੀ ਨਾ, ਆਪਣੇ ਜਿਉਂਦੇ ਜੀ ਸੇਵਾ ਸੰਭਾਲ ਦੇਣੀ ਕਰਾਉਣੀ, ਇਹ ਗੁਰੂ ਨਾਨਕ ਸਾਹਿਬ ਤੁਸੀਂ ਗੁਰਤਾ ਗੱਦੀ ਬਾਬੇ ਲਹਿਣੇ ਨੂੰ ਦੇ ਕੇ ਆਪਣਾ ਸਰੂਪ ਹੀ ਗੁਰੂ ਅੰਗਦ ਸਾਹਿਬ ਨੂੰ ਬਣਾ ਲਿਆ। ਸੱਚੇ ਪਾਤਸ਼ਾਹ ਮਾਣ ਮਰਿਆਦਾ ਤੁਸੀਂ ਕੀਤੀ, ਜਿਹੜੀ ਰਹੁ ਰੀਤ ਸੀ ਨਾ ਸੰਸਾਰ ਦੀ ਗੁਰੂ ਚੇਲੇ ਵਾਲੇ, ਗੁਰ ਚੇਲੇ ਰਹਿ ਰਾਸ ਕੀ, ਨਿਸ਼ਚੇ ਨਾਲ ਆਪ ਮਾਣ ਮਰਿਆਦਾ ਕਾਇਮ ਕੀਤੇ। 24,000 ਸਿੱਖਾਂ ਦਾ ਇਕੱਠ ਸੀ, ਪੁੱਤਰਾਂ ਦੀ ਵੀ ਪਰਖ ਕੀਤੀ, ਗੁਰਸਿੱਖਾਂ ਦੀ ਵੀ ਪਰਖ ਕੀਤੀ। ਸਿੱਖਾਂ ਪੁੱਤਰਾਂ ਭੋਖ ਕੈ ਸਭ ਉਮਤ ਵੇਖਾਓ, ਜੇ ਕਿਉਨ ਜਾਂ ਸੁੱਧ ਹੋ ਤਾਂ ਲੈਣਾ ਟਿਕੇ ਆਉਣ। ਸਿੱਖਾਂ ਪੁੱਤਰਾਂ ਦੀ ਪਰਖ ਕੀਤੀ, ਜਦੋਂ ਸੋਧ ਕੇ ਵੇਖਿਆ ਨਾ, ਤੇ ਧੰਨ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਤੁਸੀਂ ਪਰਖ ਵਿੱਚ ਪੂਰੇ ਟਿਕ ਸਕੇ ਹਾਂ। ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਨੇ ਤੁਹਾਨੂੰ ਆਪਣੇ ਜਿਉਂਦੇ ਜੀ ਸਰੀਰ ਦੇ ਹੁੰਦਿਆਂ ਹੋਇਆਂ ਆਪ ਕਿਰਪਾ ਕਰਕੇ ਖਾਲਸਾ ਜੀ ਗੁਰਤਾ ਗੱਦੀ ਤੇ ਸਥਾਪਨ ਕੀਤਾ ਹੈ। ਗੁਰ ਚੇਲੇ ਰਹਿ ਰਾਸ ਕੀ ਨਾ, ਗੁਰੂ ਚੇਲੇ ਵਾਲੀ ਰਹੁ ਰੀਤ ਮਾਨ ਮਰਿਆਦਾ ਆਪ ਨਿਭਾਉਣਾ ਕੀਤੀ ਹੈ। ਨਾਨਕ ਸਲਾਮਤ ਥੀਵਦੈ, ਆਪ ਜੀ ਦੇ ਸਰੀਰ ਦੇ ਸਲਾਮਤ ਹੁੰਦਿਆਂ ਹੋਇਆਂ, ਥੀਵਦੈ ਹੁੰਦਿਆਂ ਹੋਇਆਂ ਸਰੀਰ ਦੇ ਆਪ ਮਾਨ ਮਰਿਆਦਾ ਨੂੰ ਸਾਰੀ ਨੂੰ ਨਿਭਾਇਆ ਗੁਰੂ ਨਾਨਕ ਸਾਹਿਬ। ਆਪ ਗੁਰਤਾ ਗੱਦੀ ਬਖਸ਼ਣਾ ਕੀਤੀ ਹੈ। ਸਹਿ ਟਿੱਕਾ ਦਿੱਤੋ ਸਜੀਵ ਦੇ, ਆਪਣੇ ਜਿਉਂਦੇ ਜੀ ਖਾਲਸਾ ਜੀ ਸਰੀਰ ਦੇ ਹੁੰਦਿਆਂ ਹੋਇਆਂ ਸਹਿ ਟਿੱਕਾ ਦਿੱਤੋ। ਔਰ ਸ਼ਾਇਦ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੇਵਕ ਬਾਬੇ ਲਹਿਣੇ ਨੂੰ ਗੁਰਿਆਈ ਦਾ ਤਖਤ, ਗੁਰਿਆਈ ਦਾ ਟਿੱਕਾ ਇਹ ਲਾਉਣਾ ਕੀਤਾ ਸੀ ਗੁਰੂ ਅੰਗਦ ਸਾਹਿਬ ਜੀ ਨੂੰ। ਸੱਚੇ ਪਾਤਸ਼ਾਹ ਇਸੇ ਗੁਰੂ ਨਾਨਕ ਸਾਹਿਬ ਸਰਬ ਕਲਾ ਸਮਰੱਥ, ਉਹਨਾਂ ਦਾ ਸਰੂਪ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣਾ ਸਰੂਪ ਹੀ ਬਣਾ ਲਿਆ ਸੀ। ਉਹਨਾਂ ਸਤਿਗੁਰਾਂ ਦੀ ਉਸਤਤ ਵਡਿਆਈ ਕਰਦਿਆਂ ਹੋਇਆਂ ਇਹ ਚਾਰ ਪਹਿਲੀ ਜਿਹੜੀਆਂ ਪੌੜੀਆਂ ਨੇ, ਅੱਜ ਪਹਿਲੀ ਪੌੜੀ ਦੀ ਕਥਾ ਹੈ। ਚਾਰ ਪੌੜੀਆਂ ਵਿੱਚ ਭਾਈ ਧੰਨ ਗੁਰੂ ਅੰਗਦ ਸਾਹਿਬ ਦੀ, ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਰਲਵੀਂ ਮਿਲਵੀਂ ਭਾਈ ਸੱਤੇ ਬਲਵੰਡੇ ਨੇ ਕੀਤੀ ਹੈ। ਚਾਰ ਪੌੜੀਆਂ 'ਚ ਫਿਰ ਤਰਤੀਬ ਵਾਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ, ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਵਡਿਆਈ ਦੀਆਂ ਪੌੜੀਆਂ ਹਨ।
ਆਉਣ ਵਾਲੇ ਸਮੇਂ 'ਚ ਰੋਜ਼ ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰ, ਭੁੱਲਾਂ ਚੁੱਕਾਂ ਕਦੇ ਨਾ ਚਤਾਰਨਾ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਕੱਲ ਨੂੰ ਅੰਮ੍ਰਿਤ ਵੇਲੇ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਭਾਗਾਂ ਵਾਲਿਓ ਨਿਗੋਰੇ ਪੁੰਨ ਦੀ ਜੂਠ ਲਾਈਏ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਗੁਰੂ ਕੀ ਸੰਗਤ ਜੀ, ਭੈਣਾਂ ਵੀਰਾਂ ਮਾਤਾਵਾਂ ਬਜ਼ੁਰਗਾਂ ਬੱਚੀ ਬੱਚਿਆਂ ਦੀ ਸੇਵਾ ਵਿੱਚ ਬੇਨਤੀ ਹੈ, ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ। ਹਰ ਸਿਮਰਤ ਤੇ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਵਿਆਪੈ ਚਿੰਤਾ। ਸੋ ਗੁਰੂ का ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਗੁਰੂ ਕੇ ਖਾਲਸੇ ਬਣੀਏ। ਇਹ ਮਨਾਇਆ ਹੋਇਆ ਖਾਲਸੇ ਦਾ ਇਹ ਅਵਤਾਰ ਦਿਹਾੜਾ, ਇਹ ਖਾਲਸਾ ਸਿਰਜਣਾ ਦਿਵਸ ਬਹੁਤ ਸਫਲਾ ਹੋਵੇਗਾ। ਗੁਰੂ ਕਿਰਪਾ ਕਰੇ ਅੰਮ੍ਰਿਤ ਦੀ ਦਾਤ ਸਾਡੀ ਝੋਲੀ 'ਚ ਪੈ ਜਾਵੇ। ਸਤਿਗੁਰੂ ਆਪਣੇ ਚਰਨਾਂ ਨਾਲ ਜੋੜੀ ਰੱਖਣ। ਗੁਰੂ ਕਾ ਤੇ ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਬਖਸ਼ਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।